हाँ जी, टॉपिक शुरू करन लगे सी कल आपां सुपरपोजिशन प्रिंसीपल कीता सीगा ते टॉपिक मेन अपना जिहड़ा बनना वो हैगा इंटरफेरेंस ऑफ लाइट ते बेटे लास्ट वर्ड आपां लिता सीगा कोहेरेंट सोर्सेस। कोहेरेंट सोर्सेस लई जिहड़ी कंडीशन आ ठीक है ਉਹ ਚ ਆਪਾਂ डिफाइन ਇਹ ਕੀਤਾ ਸੀਗਾ ਕਿ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਲਾਈਟ ਸੋਰसेस ਨੇ ਠੀਕ ਹੈ ਜਿਨ੍ਹਾਂ ਤੋਂ ਐਸ ਸੱਚ ਪ੍ਰੋਡਿਊਸ ਹੋਣ ਵਾਲੀਆਂ ਲਾਈਟ ਵੇਵ ਜਿਹੜੀਆਂ ਨੇ ਠੀਕ ਹੈ ਜਦੋਂ ਸਕਰੀਨ ਤੱਕ ਜਾਂਦੀਆਂ ਤੇ ਦੇ ਗੈਟ ਇੰਟਰਫੇਅਰ ਵਿਦ ਵਨ ਅਨਦਰ। ਹੁਣ ਉਹਨਾਂ ਦੀ ਇੰਟਰਫੇਰੈਂਸ ਮੈਨੂੰ ਪ੍ਰੋਪਰ ਐਸ ਸਕਰੀਨ ਤੇ ਆਬਜ਼ਰਵ ਹੋ ਸਕੇ ਠੀਕ ਹੈ ਉਹਦੇ ਲਈ ਕੰਡੀਸ਼ਨ ਇਹ ਹੋਣੀ ਚਾਹੀਦੀ ਆ ਕਿ ਤੁਹਾਡੇ ਜਿਹੜੇ ਲਾਈਟ ਸੋਰसेस ਨੇ ਦੇ ਸ਼ੁੱਡ ਬੀ ਕੋਹੇਰੈਂਟ ਇਨ ਨੇਚਰ। ਹੁਣ ਉੱਥੋਂ ਹੀ ਆਪਾਂ ਲੈ ਕੇ ਅਗਲੇ ਵਰਡ ਸ਼ੁਰੂ ਕਰਨ ਲੱਗੇ ਇੰਟਰਫੇਰੈਂਸ ਆਫ ਲਾਈਟ ਕੀ ਹੁੰਦੀ ਆ ਕਹਿੰਦਾ ਜੀ ਫਿਨੋਮੀਨਾ ਆਫ ਰੀਡਿਸਟ੍ਰੀਬਿਊਸ਼ਨ ਆਫ ਲਾਈਟ ਐਨਰਜੀ phenomena of redistribution of light energy when the light rays coming from two coherent sources they should overlap with one another। मतलब ये होएगा कि ਅਸੀਂ ਕਹਿੰਦੇ ਕਿ ਜਦੋਂ ਲਾਈਟ ਦੀ ਇੰਟਰਫੇਰੈਂਸ ਹੁੰਦੀ ਹੈ ਨਾ ਤੇ ਬੇਸਿਕਲੀ ਅਸੀਂ ਕਹਿੰਦੇ ਦੋ ਡਿਫਰੈਂਟ ਲਾਈਟ ਸੋਰसेस ਤੋਂ ਜਿਹੜੀਆਂ ਲਾਈਟ એનર્ਜੀ ਵੇਵ ਦੀ ਫਾਰਮ ਚ ਆਂਦੀ ਪਈ ਆ ਉਹ એનર્ਜੀ ਵੇਵਸ ਦੀ ਆਪਸ ਚ ਓਵਰਲੈਪਿੰਗ ਹੋਏਗੀ और उस ओवरलैपिंग का रिजल्ट ये होएगा कि भी मैनू स्क्रीन दे उत्ते दो टाइप दे पैटर्न दिखने ਅਸੀਂ ਕਹਿੰਦੇ ਸਕਰੀਨ ਦੇ ਉੱਤੇ ਦੋ ਟਾਈਪ ਦੇ ਜਿਹੜੇ ਪੈਟਰਨ ਬਣਦੇ ਆ ਬੈਂਡ ਬਣਦੇ ਆ ਫ੍ਰਿੰਜਸ ਬਣਦੀਆਂ ਵਾ ਠੀਕ ਹੈ ਜਿਹੜੀਆਂ ਮੇਰੇ ਕੋਲ ਜਾਂ ਤਾਂ ਬ੍ਰਾਈਟ ਫ੍ਰਿੰਜ ਹੋਏਗੀ ਜਾਂ ਬ੍ਰਾਈਟ ਬੈਂਡ ਹੋਏਗਾ ਜਾਂ ਮੇਰੇ ਕੋਲ ਡਾਰਕ ਬੈਂਡ ਹੋਏਗਾ। ਉਹ ਬ੍ਰਾਈਟ ਤੇ ਡਾਰਕ ਬੈਂਡ ਦੀ ਫਾਰਮੇਸ਼ਨ ਜਿਹੜੀ ਆ ਹਨਾ ਉਹਦੇ ਅੰਦਰ ਅਸੀਂ ਇੰਨਾ ਵਰਡ ਯੂਜ਼ ਕਰਾਂਗੇ ਕਿ ਜਿੱਥੇ ਲਾਈਟ ਸਕਰੀਨ ਦੇ ਉੱਤੇ ਜ਼ਿਆਦਾ ਬ੍ਰਾਈਟ ਮਿਲਦੀ ਹੋਏਗੀ ਇਹਦਾ ਮਤਲਬ ਆ ਉਸ ਥਾਂ ਤੇ એનર્ਜੀ ਜਿਹੜੀ ਆ ਉਹ ਨਾਰਮਲ ਲਾਈਟ ਤੋਂ ਜ਼ਿਆਦਾ ਆ ਰਹੀ ਆ। ਸਿਰਫ ਸੋ ਇੰਟਰਫੇਰੈਂਸ ਦੇ ਅੰਦਰ ਪੁੱਤ ਐਸਾ ਸਾਡੇ ਕੋਲ ਹੋਏਗਾ ਕਿ ਇਹਦੀ ਡੈਫੀਨੇਸ਼ਨ ਦੇ ਵਰਡਸ ਦੇ ਵਿੱਚੋਂ ਗੱਲ ਚੁੱਕਣ ਲੱਗਿਆ ਇੰਟਰਫੇਰੈਂਸ ਕਹਿੰਦੇ ਕਿਹਨੂੰ ਆ ਉਹ ਕਹਿੰਦਾ ਜੀ ਜਦੋਂ ਮੇਰੇ ਕੋਲ ਐਸਾ ਚ ਦੋ ਡਿਫਰੈਂਟ ਲਾਈਟ ਸੋਰसेस ਤੋਂ ਲਾਈਟ ਟਰੈਵਲ ਕਰਕੇ ਨਾ ਕਿਸੇ ਸਕਰੀਨ ਤੱਕ ਪਹੁੰਚਦੀ ਹੈ ਤੁਸੀਂ ਉਸ ਮੂਮੈਂਟ ਤੇ ਆਬਜ਼ਰਵ ਕਰਦੇ ਆ ਕਿ ਸਕਰੀਨ ਦੇ ਉੱਤੇ ਨਾ ਨਾਰਮਲ ਇੰਟੈਂਸਿਟੀ ਨਾਲੋਂ ਜ਼ਿਆਦਾ ਤੇ ਨਾਰਮਲ ਇੰਟੈਂਸਿਟੀ ਨਾਲੋਂ ਘੱਟ ਦੋ ਟਾਈਪ ਦੇ ਸਕਰੀਨ ਦੇ ਉੱਤੇ ਪੈਟਰਨ ਬਣਦੇ ਆ। ਸਕਰੀਨ ਦੇ ਦੋ ਟਾਈਪ ਦੇ ਪੈਟਰਨ ਬਣਦੇ ਆ ਇੱਕ ਮੇਰੇ ਕੋਲ ਜਿਹੜਾ ਐਸ ਚ ਨਾਰਮਲ ਇੰਟੈਂਸਿਟੀ ਤੋਂ ਜ਼ਿਆਦਾ ਹੋਏਗਾ ਅਸੀਂ ਕਹਿੰਦੇ ਜੀ ਉਹ ਬ੍ਰਾਈਟ ਫ੍ਰਿੰਜ ਬਣ ਗਈ। ਇੱਕ ਨਾਰਮਲ ਇੰਟੈਂਸਿਟੀ ਨਾਲੋਂ ਘੱਟ ਇੰਟੈਂਸਿਟੀ ਦਾ ਪੈਟਰਨ ਬਣਦਾ ਅਸੀਂ ਕਹਿੰਦੇ ਡਾਰਕ ਫ੍ਰਿੰਜ ਬਣ ਗਈ। ਉਹ ਕਹਿੰਦਾ ਇਹਦਾ ਮਤਲਬ ਇਹ ਹੋਇਆ ਕਿ ਵੀ ਨਾਰਮਲ ਲਾਈਟ એનર્ਜੀ ਨਾਲੋਂ ਸਕਰੀਨ ਦੇ ਉੱਤੇ એનર્ਜੀ ਜਾਂ ਤਾਂ ਵੱਧ ਕੇ ਮਿਲਦੀ ਆ ਜਾਂ ਮੈਨੂੰ ਘੱਟ ਕੇ ਮਿਲਦੀ ਆ। ਇਹਦਾ ਮਤਲਬ ਇਹ ਹੋਇਆ ਕਿ ਵੀ ਐਸ ਚ ਜਾਂ ਤਾਂ ਮੈਂ ਇਹ ਕਹਾਂ ਕਿ એનર્ਜੀ ਐਕਸਟਰਾ ਕ੍ਰੀਏਟ ਹੋ ਰਹੀ ਆ ਔਰ ਕੁਝ એનર્ਜੀ ਡਿਸਟਰੋਏ ਹੋ ਰਹੀ ਆ ਪਰ ਉਹ ਕਨਜ਼ਰਵੇਸ਼ਨ ਆਫ એનર્ਜੀ ਦੇ ਅਗੇਂਸਟ ਹੋਏਗਾ। ਇਸ ਲਈ ਅਸੀਂ ਕਹਿੰਦੇ ਇੱਕ ਚੀਜ਼ ਹੋਏਗੀ એનર્ਜੀ ਨਾ ਤਾਂ ਇੰਟਰਫੇਰੈਂਸ ਵੇਲੇ ਕ੍ਰੀਏਸ਼ਨ ਚ ਜਾਂਦੀ ਨਾ ਡਿਸਟਰਕਸ਼ਨ ਚ ਜਾਂਦੀ ਸਿਰਫ ਔਰ ਸਿਰਫ ਉਸ ਵੇਲੇ ਹੁੰਦਾ ਕੀ ਆ ਕਿ ਸਕਰੀਨ ਤੱਕ ਪਹੁੰਚਣ ਤੋਂ ਪਹਿਲਾਂ ਲਾਈਟ ਵੇਵ ਜਿਹੜੀਆਂ ਨੇ ਰਸਤੇ ਦੇ ਵਿੱਚ ਹੀ ਇੱਕ ਦੂਜੇ ਨਾਲ ਓਵਰਲੈਪਿੰਗ ਇਸ ਵੇ ਨਾ ਕਰਦੀਆਂ ਕਿ ਵੀ ਕਿਸੇ ਥਾਂ ਤੇ ਉਹ ਓਵਰਆਲ ਆਪਣੀ એનર્ਜੀ ਦੋਨੇ ਐਡ ਕਰ ਲੈਂਦੀਆਂ ਵੇਵਸ ਔਰ ਕਿਸੇ ਥਾਂ ਤੇ ਇੱਕ ਦੂਜੇ ਦੀ એનર્ਜੀ ਨੂੰ ਡਾਈ ਆਊਟ ਕਰਾ ਦਿੰਦੀਆਂ ਖਤਮ ਕਰ ਦਿੰਦੀਆਂ ਤੇ ਇਸ ਫਿਨੋਮੀਨਾ ਦਾ ਨਾਮ ਫਿਰ ਅਸੀਂ ਰੱਖ ਦਿੰਨੇ ਰੀਡਿਸਟ੍ਰੀਬਿਊਸ਼ਨ ਆਫ ਲਾਈਟ એનર્ਜੀ। Redistribution of light energy when the light rays are to be coming from two different sources when the light rays are to be coming from two different sources the condition कि those light sources should be coherent in nature ठीक है यानी जेडी ਤੁਹਾਨੂੰ विजिबल इंटरफेरेंस देखनी आ क्योंकि पुत ये जिन्ने फिनोमिना दी गल करांगा इंटरफेरेंस डिफ्रैक्शन स्कैटरिंग पोलराइजेशन ये सारे दे सारे माइक्रोस्कोपिक फिनोमिना मतलब मैं इदा ही दो टॉर्चां लैके सामने दीवार ते कहां जी मैनू ब्राइट डार्क कुछ नहीं दिखता इदा नहीं होएगा। ਉਹਦੇ ਲਈ ਕੰਡੀਸ਼ਨ ਇਹ ਹੁੰਦੀ ਆ ਕਿ ਜਿਹੜੀ ਸਲਿਟ ਹੋਏਗੀ ਸਲਿਟ ਮੀਨ ਜਿਹੜੇ ਹੋਲ ਦੇ ਥਰੂ ਲਾਈਟ ਪਾਸ ਕਰਨੀ ਆ ਜਿਹਨੇ ਨਵਾਂ ਸੋਰਸ ਬਣਨਾ ਇਸ ਸਲਿਟ ਦਾ ਸਾਈਜ਼ ਜਿਹੜਾ ਵਾ ਉਹ ਲਾਈਟ ਦੀ ਵੇਵਲੈਂਥ ਦੇ ਕੰਪੇਰੇਬਲ ਹੋਣਾ ਚਾਹੀਦਾ। ਜੇ ਲਾਈਟ ਦੀ ਵੇਵਲੈਂਥ 400 ਨੈਨੋਮੀਟਰ ਲਾਈਟ ਆਪਣੀ ਵਿਜ਼ੀਬਲ ਲਾਈਟ ਦੀ ਵੇਵਲੈਂਥ 400 ਤੋਂ 750 ਨੈਨੋਮੀਟਰ ਚ ਲੈਨੇ ਆ ਇਹ ਮਤਲਬ ਉਹਨੇ ਛੋਟੇ ਸਾਈਜ਼ ਦਾ ਹੋਲ ਹੋਣਾ ਚਾਹੀਦਾ ਜਿਹਦੇ ਵਿੱਚ ਲਾਈਟ ਲੰਘੇ ਫਿਰ ਜਾ ਕੇ ਇੰਟਰਫੇਰੈਂਸ ਦਾ ਫਿਨੋਮੀਨਾ ਬਣਦਾ। ਇਸ ਲਈ ਇੰਟਰਫੇਰੈਂਸ ਡਿਫਰੈਕਸ਼ਨ ਇਹ ਸਾਰੇ ਦੇ ਸਾਰੇ ਫਿਨੋਮੀਨਾ ਜਿਹੜੇ ਨੇ
ਇਹ ਮਾਈਕਰੋਸਕੋਪਿਕ ਫਿਨੋਮੀਨਾ ਵਾ ਤੇ ਇਹਨਾਂ ਮਾਈਕਰੋਸਕੋਪਿਕ ਫਿਨੋਮੀਨਾ ਨੂੰ ਆਪਾਂ ਐਸ ਸੱਚ ਆਬਜ਼ਰਵ ਨਹੀਂ ਕਰ ਪਾਉਂਦੇ। ਇੰਨੀ ਗੱਲ ਸਮਝ ਲੱਗ ਰਹੀ? Yes, sir. Yes, sir. Yes, sir. ਲਓ ਜੀ ਭਾਈ ਸਾਹਿਬ ਆਪਣੇ ਵਿੱਚ ਆ ਚੁੱਕੇ ਨੇ। ਚਲੋ ਤੋਰੇ ਆ ਮੈਂ ਹੁਣ। ਅੱਛਾ ਚਲੋ ਸੋ ਉਸ ਇਨਸਟੈਂਟ ਦੇ ਉੱਤੇ ਅਸੀਂ ਡਿਫਾਈਨ ਇਹ ਕਰਦੇ ਆ। ਸੁਖਦੀਪ ਹੈ ਬੇਟਾ ਤੂੰ ਵਿੱਚ? ਹਾਂਜੀ ਸਰ ਮੈਂ ਹੈਗੀ ਹਾਂ। ਤੇਰੇ ਨਾਮ ਨਾਲ ਹੀ ਸੀਗਾ ਕੋਈ। ਚਲੋ ਅਸੀਂ ਕਹਿੰਦੇ ਜੀ ਜਦੋਂ ਤੁਹਾਡੇ ਕੋਲ ਐਸ ਸੱਚ ਫਿਰ ਲਾਈਟ ਵੇਵ ਇੱਕ ਦੂਜੇ ਨਾਲ ਇੰਟਰਫੇਅਰ ਕਰਦੀਆਂ ਨਾ ਤੇ ਇਹ ਮਾਈਕਰੋਸਕੋਪਿਕ ਫਿਨੋਮੀਨਾ ਵਾ ਤੇ ਇਹਦੇ ਮਾਈਕਰੋਸਕੋਪਿਕ ਫਿਨੋਮੀਨਾ ਵਾਸਤੇ ਅਸੀਂ ਕਹਿੰਦੇ ਕਿ ਸਕਰੀਨ ਦੇ ਉੱਤੇ ਜਿਹੜੀ ਫਿਰ એનર્ਜੀ ਜਦੋਂ ਪਹੁੰਚਦੀ ਆ ਦੋ ਲਾਈਟ ਸੋਰਸਿਸ ਤੋਂ ਪਾਸ ਕਰਕੇ ਤੇ ਉਹ ਲਾਈਟ ਸੋਰਸਿਸ ਦੀ એનર્ਜੀ ਆਪਸ ਦੇ ਵਿੱਚ ਇੱਕ ਦੂਜੇ ਨਾਲ ਜਦੋਂ ਓਵਰਲੈਪਿੰਗ ਚ ਜਾਂਦੀ ਆ ਤੇ ਕਿਸੇ ਇੱਕ ਥਾਂ ਤੇ ਕੰਸਟਰਕਟਿਵ ਇੰਟਰਫੇਰੈਂਸ ਹੋਣ ਕਰਕੇ ਕ੍ਰੈਸਟ ਤੇ ਟਰਫ ਆਨ ਕਰਕੇ ਓਵਰਆਲ એનર્ਜੀ ਮੀਨ ਇੰਟੈਂਸਿਟੀ ਆਫ ਲਾਈਟ ਜਿਹੜੀ ਵੱਧ ਜਾਂਦੀ ਆ। ਠੀਕ ਹੈ ਔਰ ਕਿਸੇ ਥਾਂ ਤੇ ਇੱਕ ਲਾਈਟ ਸੋਰਸ ਤੋਂ ਜਿਹੜੀ ਵੇਵ ਪ੍ਰੋਡਿਊਸ ਹੋਈ ਉਹਦੇ ਕ੍ਰੈਸਟ ਦੇ ਵਿੱਚ ਦੂਜੀ ਵੇਵ ਦਾ ਟਰਫ ਐਡ ਹੋ ਜਾਂਦਾ ਤੇ ਜਦੋਂ ਕ੍ਰੈਸਟ ਔਰ ਟਰਫ ਐਡ ਹੁੰਦੇ ਆ ਤੇ ਉੱਥੇ ਓਵਰਆਲ એનર્ਜੀ ਜਿਹੜੀ ਆ ਉਹ ਮੇਰੀ ਡਾਈ ਆਊਟ ਕਰ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਹਨੇ ਕਿਹਾ ਫਿਰ ਐਸਾ ਚਦਮਲ ਐਕਸਟਰਾ એનર્ਜੀ ਨਾ ਕ੍ਰੀਏਟ ਹੁੰਦੀ ਹੈ ਨਾ ਡਿਸਟਰੋਏ ਹੁੰਦੀ ਹੈ, ਸਿਰਫ ਔਰ ਸਿਰਫ એનર્ਜੀ ਦੀ ਰੀਡਿਸਟ੍ਰੀਬਿਊਸ਼ਨ ਹੁੰਦੀ। ਠੀਕ ਹੈ ਜਿਹੜੀ ਅਸੀਂ ਇੰਟਰਫੇਰੈਂਸ ਚ ਆਬਜ਼ਰਵ ਕਰਦੇ ਆ। ਕਿਆ ਇੰਨੀ ਗੱਲ ਸਮਝ ਲੱਗੀ ਸਾਰਿਆਂ ਨੂੰ? Yes, sir. Yes, sir. ਚਲੋ ਹੁਣ ਇਸੇ ਇੰਟਰਫੇਰੈਂਸ ਦੀ ਐਸ ਜਿਹੜੀ ਇੰਟਰਫੇਰੈਂਸ ਆਫ ਲਾਈਟ ਲਈ ਜਿਹੜਾ ਐਕਸਪੈਰੀਮੈਂਟਲ ਸੈਟਅਪ ਆ, ਠੀਕ ਹੈ, ਦੈਟ ਇਜ਼ ਟੂ ਬੀ ਗਿਵਨ ਬਾਈ ਦਾ ਸਾਇੰਟਿਸਟ ਕਾਲਡ ਦਾ ਯੰਗ। ਠੀਕ ਹੈ ਔਰ ਉਹਦੇ ਆਪਰੇਟਰਸ ਨੂੰ ਜਾਂ ਉਹਦੇ ਸੈਟਅਪ ਨੂੰ ਅਸੀਂ ਨਾਮ ਦਿੰਨੇ ਯੰਗਸ ਡਬਲ ਸਲਿਟ ਐਕਸਪੈਰੀਮੈਂਟ। ਯੰਗਸ ਡਬਲ ਸਲਿਟ ਐਕਸਪੈਰੀਮੈਂਟ। ਡਬਲ ਸਲਿਟ ਦਾ ਮਤਲਬ ਕੀ ਹੈ ਬੇਟਾ ਕਿ ਆਪਾਂ ਕਿਹਾ ਸੀ ਦੋ ਲਾਈਟ ਸੋਰਸਸ ਸਾਡੇ ਕੋਲ ਹੋਣੇ ਚਾਹੀਦੇ ਹੈ ਨਾ, ਦੋ ਡਿਫਰੈਂਟ ਲਾਈਟ ਸੋਰਸਸ ਤੋਂ ਲਾਈਟ ਵੇਵ ਜਿਹੜੀਆਂ ਉਹ ਆਪਣੇ ਕੋਲ ਆਣੀਆਂ। ਉਹਦੇ ਲਈ ਆਪਾਂ ਪੈਟਰਨ ਕੁਝ ਇਸ ਵੇ ਨਾਲ ਦਿਖਾਣੇ ਕਿ ਇੱਥੇ ਇੱਕ ਲਾਈਟ ਸੋਰਸ ਹੋ ਗਿਆ, ਇਸ ਲਾਈਟ ਸੋਰਸ ਤੋਂ ਜਿਹੜੀਆਂ ਨੰਬਰ ਆਫ ਵੇਵਸ ਨਿਕਲਦੀਆਂ ਪਈਆਂ ਉਹਨਾਂ ਵੇਵਸ ਨੂੰ ਅਸੀਂ ਕ੍ਰੈਸਟ ਤੇ ਟਰਫ ਦੀ ਫਾਰਮ ਚ ਦਿਖਾਣਾ। ਤੇ ਅਸੀਂ ਕੀ ਕਰਾਂਗੇ ਜਿਹੜੇ ਕ੍ਰੈਸਟ ਟਰਫ ਹੈ ਨਾ ਉਹ ਇਸ ਵੇ ਨਾਲ ਬਣਾ ਕੇ, ਠੀਕ ਹੈ ਜੀ, ਇਸ ਵੇ ਨਾਲ ਬਣਾ ਕੇ ਉਹਨੂੰ ਇਸ ਵੇ ਨਾਲ ਸਫੈਰਿਕਲ ਵੇਵ ਫਰੰਟ ਦੀ ਫਾਰਮ ਚ ਦਿਖਾਣਾ ਪਿਆ। ਅਲਟਰਨੇਟਿਵਲੀ ਡਾਟਡ ਤੇ ਸੋਲਿਡ ਲਾਈਨ ਦਾ ਮਤਲਬ ਇੱਕ ਕ੍ਰੈਸਟ ਤੇ ਇੱਕ ਟਰਫ, ਕਿਸੇ ਨੂੰ ਵੀ ਕੋਈ ਨਾਮ ਦੇ ਲਾਂਗੇ। ਯਾਨੀ ਇਸ ਲਾਈਟ ਸੋਰਸਿਸ ਤੋਂ ਕ੍ਰੈਸਟ ਟਰਫ ਟਰੈਵਲ ਕਰਕੇ, ਕ੍ਰੈਸਟ ਟਰਫ ਜਦੋਂ ਟਰੈਵਲ ਕਰਕੇ ਤੁਹਾਡੇ ਕੋਲ ਆ ਦੋ ਸਲਿਟਸ ਤੇ ਪਹੁੰਚਦੇ ਆ ਮੇਰੀਆਂ ਦੋ ਸਲਿਟਸ ਹੋ ਗਈਆਂ S1 ਤੇ S2। ਠੀਕ ਹੈ ਜਦੋਂ ਇਹ ਵੇਵ ਫਰੰਟ ਜਿਹੜਾ ਟਰੈਵਲ ਕਰਕੇ ਇਸ ਮੂਮੈਂਟ ਤੇ ਆ ਦੋ ਸਲਿਟਸ ਤੇ ਜਾਂਦਾ ਤੇ ਇਹਨਾਂ ਸਲਿਟ ਤੋਂ ਨਵੀਆਂ ਵੇਵ ਜਨਰੇਟ ਹੋ ਜਾਂਦੀਆਂ। ਮੈਂ ਐਗਜ਼ਾਮਪਲ ਦਿੱਤੀ ਸੀ ਤੁਹਾਨੂੰ, ਪਾਣੀ ਦੇ ਵਿੱਚ ਮੈਂ ਸਟੋਨ ਥਰੋ ਕਰਾਂ, ਰਿਪਲਸ ਬਣਦੀਆਂ ਪਈਆਂ ਤੇ ਰਸਤੇ 'ਚ ਮੈਂ ਇੱਕ ਸਟਿਕ ਖੜੀ ਕਰਦਾ ਤੇ ਉਸ ਸਟਿਕ ਦੇ ਆਲੇ ਦੁਆਲੇ ਨਵੀਆਂ ਰਿਪਲਸ ਬਣੀਆਂ। ਇਹਦਾ ਮਤਲਬ ਜਿਹੜੇ ਪੁਆਇੰਟ ਤੇ ਮੈਂ ਸਟਿਕ ਖੜੀ ਕੀਤੀ ਉੱਥੇ ਇੱਕ ਨਿਊ ਸੋਰਸ ਆਫ ਡਿਸਟਰਬੈਂਸ ਆ ਗਿਆ। Yes, sir. Yes, sir. ਉਹੀ ਵਰਡ ਇੱਥੇ ਲੈ ਕੇ ਚੱਲ ਰਹੇ ਕਿ ਵੀ ਜਦੋਂ ਇਹ ਵੇਵ ਟਰੈਵਲ ਕਰਕੇ ਜਾ ਕੇ ਮੇਰੇ ਕੋਲ ਇਸ ਸਲਿਟ ਤੇ ਸਟ੍ਰਾਈਕ ਕਰਦੀਆਂ ਹਨਾ, ਇਹਨਾਂ ਸਲਿਟਸ ਦੇ ਥਰੂ ਲਾਈਟ ਦੇ ਨਵੇਂ ਸੋਰਸ ਜਨਰੇਟ ਹੋ ਗਏ। ਐਗਜ਼ਾਮਪਲ ਦਿੱਤੀ ਸੀ ਇੱਕ ਹੋਰ ਕਿ ਜੇ ਆ ਮੰਨ ਲਓ ਮੇਰੇ ਕੋਲ ਲਾਈਟ ਦਾ ਸੋਰਸ ਆ, ਪੈਨ ਮੇਰੇ ਹੱਥ 'ਚ ਜਿਹੜਾ, ਔਰ ਇੱਥੇ ਸਾਹਮਣੇ ਮੈਂ ਐਸਾ ਚ ਇੱਕ ਕਾਰਡਬੋਰਡ ਲੈ ਕੇ ਚ ਦੋ ਹੋਲ ਕਰ ਲਵਾਂ ਬਰੀਕ ਜਿਹੇ ਤੇ ਉਹਨਾਂ ਹੋਲ ਚੋਂ ਜਦੋਂ ਲਾਈਟ ਨਿਕਲ ਕੇ ਆਣੀ ਆ ਤੇ ਇਹਦਾ ਮਤਲਬ ਇੱਥੇ ਨਵੇਂ ਜਿੱਥੋਂ ਲਾਈਟਾਂ ਨਿਕਲ ਕੇ ਲਾਈਟ ਵੇਵਸ ਆ ਰਹੀਆਂ ਉਹ ਮੇਰੇ ਨਵੇਂ ਸੋਰਸਸ ਆ। ਅਸੀਂ ਕਹਿੰਦੇ ਉਹ ਨਵੇਂ ਸੋਰਸਸ ਆਪਸ ਚ ਕੋਹੈਰੈਂਟ ਨੇਚਰ ਦੇ ਹੋਣਗੇ ਕਿਉਂਕਿ ਦੋਨੋਂ ਦੇ ਦੋਨੋਂ ਸੋਰਸਸ ਜਿਹੜੇ ਨੇ they are produced from the common parent source। ਇੰਨੀ ਗੱਲ ਸਮਝ ਲੱਗੀ? Yes, sir. ਹੁਣ ਇੱਥੇ ਜਿਹੜੀ ਨੇ ਆਪਣੇ ਕੋਲ ਨਵੀਆਂ ਵੇਵਸ ਬਣਨੀਆਂ ਉਹਨੂੰ ਫਿਰ ਤੁਸੀਂ ਇਸੇ ਵੇ ਨਾਲ ਕ੍ਰੈਸਟ ਟਰਫ ਦੀ ਫਾਰਮ ਚ ਦਿਖਾਈ ਚੱਲੋ। ਠੀਕ ਹੈ ਆ ਮੇਰੇ ਕੋਲ ਨਵੀਆਂ ਵੇਵਸ ਆ ਜਾਣਗੀਆਂ। ਇਦਾਂ ਹੀ ਆਹ ਵਾਲਾ ਜਿਹੜਾ ਦੂਜਾ ਸੋਰਸ ਆ ਇੱਥੋਂ ਵੀ ਨਵੀਆਂ ਵੇਵਸ ਆ ਜਾਣੀਆਂ ਔਰ ਇਹ ਵੇਵ ਇੱਕ ਦੂਜੇ ਨਾਲ ਅਸੀਂ ਦਿਖਾਉਂਦੇ ਜਾਵਾਂਗੇ, ਇੱਕ ਦੂਜੇ ਨਾਲ ਇੰਟਰਫੇਅਰ ਕਰਦੀਆਂ। ਕੋਈ ਵੀ ਕਿਤੋਂ ਵੀ ਇੱਕ ਦੂਜੇ ਨਾਲ ਘਟਾ ਲਓ, ਕੋਈ ਸਪੈਸੀਫਿਕ ਪੈਟਰਨ ਨਹੀਂ ਹੈਗਾ। ਹੁਣ ਜਦੋਂ ਐਸ ਸੱਚ ਆ ਸਕਰੀਨ ਆ
ठीक है जी, ਜਦੋਂ ਵੇਵ ਇਸ ਪੂਰੇ ਮੀਡੀਅਮ ਚ ਇੱਕ ਦੂਜੇ ਨਾਲ ਇੰਟਰਫੇਅਰ ਕਰਕੇ ਸੁਪਰ ਇੰਪੋਜ਼ ਹੋ ਕੇ ਸਕਰੀਨ ਤੇ ਆਂਦੀਆਂ ਤੇ ਅਸੀਂ ਅਬਜ਼ਰਵ ਕਰਦੇ ਕਿ ਜਿੱਥੇ ਮੇਰੇ ਕੋਲ ਐਸ ਸੱਚ ਇੱਕ ਕ੍ਰੈਸਟ ਦਾ ਦੂਜੇ ਕ੍ਰੈਸਟ ਨਾਲ ਓਵਰਲੈਪਿੰਗ ਹੋਏਗੀ, ਮਤਲਬ ਜਿੱਥੇ ਡਾਟਡ ਨਾਲ ਡਾਟਡ ਇੰਟਰਸੈਕਸ਼ਨ ਆਏਗੀ ਉਹ ਟਰਫ ਨਾਲ ਟਰਫ ਕਹਿ ਦਾਂਗੇ, ਜਿੱਥੇ ਸੋਲਿਡ ਨਾਲ ਸੋਲਿਡ ਇੰਟਰਸੈਕਸ਼ਨ ਆਏਗੀ ਉਹ ਕ੍ਰੈਸਟ ਨਾਲ ਕ੍ਰੈਸਟ ਹੋ ਗਈ, ਇਹਦਾ ਮਤਲਬ ਉਹ ਮੇਰੇ ਕੋਲ ਜਿਹੜਾ ਕਹਿੰਦਾ ਜੀ ਐਸ ਸੱਚ ਪੋਜ਼ਿਟਿਵ ਇੰਪੈਕਟ ਵਧਾਊਗਾ। ਤੇ ਜਿੱਥੇ ਮੇਰੇ ਕੋਲ ਸੋਲਿਡ ਨਾਲ ਡਾਟਡ ਲਾਈਨ ਮੈਚ ਹੋ ਜਾਏਗੀ ਇਹ ਮਤਲਬ ਉੱਥੇ ਮੇਰੇ ਕੋਲ ਡਿਸਟਰਕਟਿਵ ਇੰਟਰਫੇਰੈਂਸ ਹੋ ਜੂ, ਮਤਲਬ ਕ੍ਰੈਸਟ ਤੇ ਟਰਫ ਆ ਗਿਆ। ਤੇ ਅਸੀਂ ਕਹਿੰਨੇ ਜਦੋਂ ਦੋ ਵੇਵ ਦਾ ਕ੍ਰੈਸਟ ਤੇ ਕ੍ਰੈਸਟ ਵਾਲਾ ਪੋਰਸ਼ਨ ਓਵਰਲੈਪ ਕਰਦਾ ਤੇ ਓਵਰਆਲ ਐਂਪਲੀਟਿਊਡ ਵੱਧ ਜਾਂਦਾ, ਤੇ ਜੇ ਮੇਰੇ ਕੋਲ ਐਸ ਸੱਚ ਇੱਕ ਦੇ ਕ੍ਰੈਸਟ ਦੇ ਵਿੱਚ ਦੂਜੇ ਦਾ ਟਰਫ ਓਵਰਲੈਪ ਕਰਦਾ ਤੇ ਇਹਦਾ ਮਤਲਬ ਓਵਰਆਲ ਐਂਪਲੀਟਿਊਡ ਇਸ ਕੇਸ ਚ ਘਟ ਜਾਂਦਾ। ਇਹਨੀ ਗੱਲ ਕਲੀਅਰ ਆ? Yes, sir. Yes, sir. ਇਸੇ ਚੀਜ਼ ਨੂੰ ਬੇਸ ਬਣਾ ਕੇ ਉਹਨੇ ਇਸ ਐਕਸਪੈਰੀਮੈਂਟ ਦੀ ਐਕਸਪਲੇਨੇਸ਼ਨ ਦਿੱਤੀ ਹੋਈ ਆ ਕਿ ਜੇ ਸਕਰੀਨ ਦੇ ਆ ਕਿਸੇ ਇੱਕ ਪੁਆਇੰਟ ਤੇ ਬ੍ਰਾਈਟ ਪੈਟਰਨ ਬਣਿਆ ਹੋਵੇ ਤੇ ਇਹਦਾ ਮਤਲਬ ਜ਼ਰੂਰ ਇੱਥੇ ਜਿਹੜੀਆਂ ਵੇਵਸ ਪਹੁੰਚੀਆਂ ਵਾ ਉਹ ਇੱਕ ਦੂਜੇ ਨਾਲ ਕੰਸਟਰਕਟਿਵਲੀ ਓਵਰਲੈਪ ਕੀਤੀਆਂ। ਔਰ ਇਸ ਤੋਂ ਬਾਅਦ ਜੇ ਇੱਥੇ ਮੇਰਾ ਇਹਦੇ ਨਾਲ ਇੱਕ ਡਾਰਕ ਪੈਟਰਨ ਆਇਆ ਵਾ ਤੇ ਇਹਦਾ ਮਤਲਬ ਹੋ ਗਿਆ ਇੱਥੇ ਵੇਵ ਜਿਹੜੀਆਂ ਨੇ ਉਹ ਡਿਸਟਰਕਟਿਵਲੀ ਓਵਰਲੈਪ ਕੀਤੀਆਂ, ਮੀਨ ਕ੍ਰੈਸਟ ਦੇ ਉੱਤੇ ਟਰਫ ਓਵਰਲੈਪ ਹੋਇਆ। ਸੋ ਅਲਟਰਨੇਟਿਵਲੀ ਇੱਥੇ ਮੇਰੇ ਕੋਲ ਇਸ ਵੇ ਨਾ ਬ੍ਰਾਈਟ ਡਾਰਕ ਜਿਹੜੇ ਪੈਟਰਨ ਆ ਉਹ ਸਕਰੀਨ ਦੇ ਉੱਤੇ ਜਨਰੇਟ ਹੋ ਜਾਂਦੇ, ਜਿਹਦੀ ਐਕਸਪਲੇਨੇਸ਼ਨ ਜਿਹੜੀ ਆ ਉਹ ਯੰਗਸ ਨੇ ਇਹ ਕਹਿ ਕੇ ਦਿੱਤੀ ਹੋਈ ਆ ਕਿ ਵੀ ਜਿੱਥੇ ਬ੍ਰਾਈਟ ਆ ਜ਼ਰੂਰ ਉਸ ਵੇਲੇ ਕੰਸਟਰਕਟਿਵ ਸੁਪਰਪੋਜੀਸ਼ਨ ਹੋਈ ਆ, ਕੰਸਟਰਕਟਿਵ ਇੰਟਰਫੇਰੈਂਸ ਹੋਈ ਆ, ਔਰ ਜਿੱਥੇ ਮੇਰੇ ਕੋਲ ਡਾਰਕ ਫਰਿੰਜ ਬਣੇਗੀ ਇਹ ਮਤਲਬ ਉਸ ਥਾਂ ਤੇ ਮੇਰੇ ਕੋਲ ਜਿਹੜਾ ਐਸ ਸੱਚ ਕਹਿੰਦਾ ਜੀ ਕ੍ਰੈਸਟ ਤੇ ਟਰਫ ਓਵਰਲੈਪ ਕਰਕੇ ਡਿਸਟਰਕਟਿਵ ਇੰਟਰਫੇਰੈਂਸ ਆ। या यंग डबल स्लिट एक्सपेरिमेंट ते ओदी एक्सप्लेनेशन क्लियर आ? हाँ जी, sir. Yes, sir. Yes, sir. चल हुन इसे चीज नु बेस लेके अपना टॉपिक जेड़ा बनना, दो टॉपिक बनने आ पेपर च, ये जरूर ध्यान रखियो दोना विचों केड़ा टॉपिक यंग डबल स्लिट एक्सपेरिमेंट नाल जोड़िया। यंग डबल स्लिट एक्सपेरिमेंट नु असी शॉर्ट च बार-बार वर्ड बोलना, असी इनु YDSC कह दिन्ने आ, ठीक है। यंग डबल स्लिट एक्सपेरिमेंट जेड़ा कहना जी YDSC दे नाल मेरे को क्वेश्चन दे विच कंडीशंस फॉर कंस्ट्रक्टिव एंड डिस्ट्रक्टिव इंटरफेरेंस आईयां कि मेरे को एस च कहना जी फ्रिंज विड्थ दा एक्सप्रेशन आया। इन्हां दोनां विचों कोई एक टॉपिक, ठीक है जी, इस YDSC दी डिटेल दे नाल आना, ठीक है। ये एस च क्वेश्चन दी स्टेटमेंट तो जरूर चेक करूंगे कि भी दोनां विचों केड़ा उन्हें टॉपिक नाल पुछया वा। इन्नी गल क्लियर आ? Yes, sir. Yes, sir. ਹੁਣ ਇਸੇ ਚੀਜ਼ ਨੂੰ ਸ਼ੁਰੂ ਕਰ ਰਹੇ ਹਾਂ ਆਪਾਂ। ਕਿਹਾ ਸੀ ਜੀ ਜਿਹੜੀਆਂ ਵੇਵਸ ਟਰੈਵਲ ਕਰਦੀਆਂ ਪਈਆਂ ਇਹ ਮੇਰੇ ਕੋਲ ਐਸ ਸੱਚ ਵੇਵਸ ਨੂੰ ਜੇ ਅਸੀਂ ਸ਼ੋ ਆਫ ਕਰਨਾ ਹੋਵੇ, ਇਹਨਾਂ ਵੇਵਸ ਨੂੰ ਅਸੀਂ ਸ਼ੋ ਆਫ ਕਰਨਾ ਹੋਵੇ ਮੈਥਮੈਟਿਕਲੀ, ਤੇ ਪੁੱਤ +1 ਚ ਅਸੀਂ ਪੜਿਆ ਹੋਇਆ ਕਿ ਕਿਸੇ ਵੇਵ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਹੋਵੇ, ਠੀਕ ਹੈ, ਇਹਨੂੰ ਆਪਾਂ ਇਸ ਵੇ ਨਾਲ y1 = a sin ωt, यानी ਜਿਹੜੀ ਮੇਰੇ ਕੋਲ ਇੱਕ ਵੇਵ ਹੋਏਗੀ, ਆਪਾਂ ਹੁਣ ਇੱਥੇ ਗ੍ਰਾਫਿਕਲ ਪੈਟਰਨ ਦਿਖਾਇਆ ਸੀ, ਇੱਕ ਦੇ ਕ੍ਰੈਸਟ ਤੇ ਦੂਜੇ ਦਾ ਕ੍ਰੈਸਟ ਜਾਂ ਕ੍ਰੈਸਟ ਤੇ ਟਰਫ ਓਵਰਲੈਪ ਹੋਇਆ। ਇਹਦਾ ਮਤਲਬ ਦੋ ਡਿਫਰੈਂਟ ਪਹਿਲਾਂ ਵੇਵਸ ਬਣਾ ਲਈਏ। ਇੱਕ ਵੇਵ ਦੀ ਇਕੁਏਸ਼ਨ ਦਿਖਾ ਦਿੱਤੀ y1 = a sin ωt, a ਇਸ ਵੇਵ ਦਾ ਐਂਪਲੀਟਿਊਡ ਆ ਔਰ sin ਇਸ ਵੇਵ ਦਾ ਮੇਰੇ ਕੋਲ ਐਂਗੂਲਰ ਫੰਕਸ਼ਨ ਆ। ਇਹਨਾਂ ਕਲੀਅਰ ਆ? Yes, sir. Yes, sir. ਦੂਜੇ ਲਾਈਟ ਸੋਰਸ ਤੋਂ ਵੇਵ ਜਨਰੇਟ ਹੋਈ ਉਹਨੂੰ y2 ਨਾਲ ਲਿਖ ਲਓ, ਉਹਦਾ ਐਂਪਲੀਟਿਊਡ ਫਰਸਟ ਵੇਵ ਦੇ ਐਂਪਲੀਟਿਊਡ ਦੇ ਇਕੁਅਲ ਵੀ ਹੋ ਸਕਦਾ ਤੇ ਤੋਂ ਡਿਫਰ ਵੀ ਕਰ ਸਕਦਾ, ਠੀਕ ਹੈ। ਇਹ ਕੰਡੀਸ਼ਨ ਲਾਸਟ ਜਾ ਕੇ ਕੋਈ ਦੁਆਰਾ ਵੀ ਫਿਰ ਜੋੜਾਂਗਾ। ਇੱਥੇ ਆ ਜਾਊਗਾ b sin ωt + phi। ਇਹਦਾ ਮਤਲਬ ਇਹ ਹੋ ਗਿਆ ਆਪਾਂ ਕਿਹਾ ਸੀ ਜਿਹੜੇ ਕੋਹੇਰੈਂਟ ਸੋਰਸਸ ਨੇ ਜਿਹਦੇ ਤੋਂ ਇਹ ਵੇਵ ਜਨਰੇਟ ਹੁੰਦੀਆਂ ਪਈਆਂ ਉਹਨਾਂ 'ਚ ਜਾਂ ਤਾਂ ਫੇਜ਼ ਡਿਫਰੈਂਸ ਹੋਏਗਾ ਨਹੀਂ, ਤੇ ਜੇ ਫੇਜ਼ ਡਿਫਰੈਂਸ ਹੈਗਾ ਤੇ that always remain constant। ਇਤੋਂ ਵੇਰੀ ਕਰਨ ਵਾਲਾ t ਆ, ਸਿਰਫ t ਦੇ ਕਰਕੇ ωt ਚੇਂਜ ਹੋਏਗਾ ਜਦੋਂ ਵੇਵ ਨੇ ਓਵਰਲੈਪ ਕਰਨਾ, ਪਰ ਕਿਸੇ ਵੀ ਇਨਸਟੈਂਟ ਤੇ phi ਚੇਂਜ ਨਹੀਂ ਹੋਣਾ, phi ਮੇਰਾ ਕਾਂਸਟੈਂਟ ਕੰਸੀਡਰ ਹੋਏਗਾ। ਇਹਨੀ ਗੱਲ ਕਲੀਅਰ? Yes, sir. ਸੋ ਇਹ ਜੇ ਮੈਥਮੈਟਿਕਲੀ ਲਿਖ ਦਈਏ ਤਾਂ ਆਪਾਂ ਇਸ ਲਾਈਨ ਨੂੰ ਇਦਾਂ ਕਹਿੰਦੇ ਪਏ here phi is a constant phase difference, phi is a constant phase difference between two waves। ਜਿਹੜੀਆਂ waves ਨੇ overlap ਕਰਨਾ ਉਹਨਾਂ wave ਦੇ ਵਿਚਲਾ phase difference ਮੇਰਾ phi ਹੈਗਾ।
ਹੁਣ ਅਸੀਂ ਕਹਿੰਦੇ ਕਿ ਵੀ ਇਹ ਦੋਨੋਂ ਵੇਵਸ ਜਿਹੜੀਆਂ ਨੇ ਉਹ ਐਸ ਸੱਚ ਓਵਰਲੈਪ ਕਰ ਗਈਆਂ। ਜਿਹੜੀ ਆਪਾਂ ਇੱਥੇ ਗ੍ਰਾਫ ਦਿਖਾਇਆ ਸੀ ਉਹ ਚ ਪਹਿਲਾਂ ਇੱਕ ਵੇਵ ਦਿਖਾ ਲਈ, ਫਿਰ ਦੂਜੀ ਦਿਖਾ ਲਈ, ਤੀਜੀ ਵਾਰੀ ਅਸੀਂ ਕਿਹਾ ਸੀ ਜੀ ਇਹਨਾਂ ਨੂੰ ਓਵਰਲੈਪ ਕਰਾ ਦਿਓ। ਯਾਨੀ ਮੈਥਮੈਟਿਕਲੀ ਚੱਲੀਏ ਤਾਂ ਇਦਾਂ ਕਵਾਂਗੇ ਅਕੋਰਡਿੰਗ ਟੂ ਸੁਪਰਪੋਜੀਸ਼ਨ ਪ੍ਰਿੰਸੀਪਲ। ਜੇ ਪੁੱਤ ਐਸ ਸੱਚ ਕਹਾਂ ਤੇ ਆ ਕਹਿਣਾ ਚਾਹ ਰਿਹਾ ਕਿ ਇੱਕ ਵੇਵ ਮੇਰੇ ਕੋਲ ਆ ਵਾਲੀ ਆ ਗਈ, ਇਹਦਾ y1 ਕਹਿ ਦੋ, ਇਹਦਾ ਐਂਪਲੀਟਿਊਡ a ਆ, ਠੀਕ ਆ। ਜਿਹੜੀ ਵੇਵ ਨਾਲ ਇਹਨੇ ਓਵਰਲੈਪ ਕਰਨਾ, ਉਹ ਮੇਰੇ ਕੋਲ y2 ਆ ਗਈ, ਠੀਕ ਹੈ ਜੀ। ਉਹ ਵੇਵ ਨੂੰ ਆਪਾਂ ਕੁਝ ਇਸ ਵੇ ਨਾਲ ਮੰਨ ਲਓ ਦਿਖਾ ਦਿੱਤਾ, ਇਹਦਾ ਐਂਪਲੀਟਿਊਡ ਮੰਨ ਲਓ ਮੇਰੇ ਕੋਲ b ਆ। ਹੁਣ ਜਦੋਂ ਇਹ ਵੇਵ ਇੱਕ ਦੂਜੇ ਨਾਲ ਓਵਰਲੈਪ ਕੀਤੀਆਂ, ਇਹਦਾ ਮਤਲਬ ਤੀਜਾ ਪੈਟਰਨ ਜਿਹੜਾ ਹੋਏਗਾ ਉਹਦੇ ਚ ਆਪਾਂ ਐਸ ਸੱਚ ਵੇਵਸ ਦਿਖਾ ਦਾਂਗੇ ਕਿ ਵੀ ਆਹ ਵੇਵਸ ਕੁਝ ਇਸ ਵੇ ਨਾਲ ਓਵਰਲੈਪ ਹੋਈਆਂ। ਮੈਥਮੈਟਿਕਲੀ ਮਤਲਬ ਇਹ ਹੋਇਆ ਕਿ ਜਿਹੜੀ ਨਵੀਂ ਬਣੀ ਵੇਵ ਹੋਏਗੀ ਜਿਸ ਚ ਇਹ ਦੋਨੋਂ ਵੇਵ ਇਕੱਠੀਆਂ ਕੀਤੀਆਂ ਸੀ, ਉਹਦੀ ਇਕੁਏਸ਼ਨ ਆ ਜਾਊਗੀ y1 + y2। ਕਿ ਆ ਚੀਜ਼ ਕਲੀਅਰ ਹੈ? ਕਿਉਂ ਲਿਖੀ? Yes, sir. ਓਏ ਬਾਕੀਆਂ ਨੂੰ ਕਲੀਅਰ ਆ? Yes, sir. Yes, sir. Yes, sir. ਹੁਣ ਜਦੋਂ ਆ ਇਕੁਏਸ਼ਨ ਦਿੰਨੇ ਪਏ, ਇਹਦਾ ਮਤਲਬ ਅਸੀਂ ਆ ਦੋ ਵੇਵ ਨੂੰ ਮਿਲਾ ਕੇ ਇੱਕ ਨਵੀਂ ਵੇਵ ਬਣਾਈ ਆ। ਅਸੀਂ ਕਹਿੰਦੇ ਜੀ ਇਹਦੀ ਥਾਂ ਦੇ ਉੱਤੇ ਨਵੀਂ ਵੇਵ ਮੰਨ ਲਓ ਮੇਰੇ ਕੋਲ ਕੁਝ ਇਸ ਵੇ ਨਾਲ ਆ ਗਈ, ਠੀਕ ਹੈ। ਜਿਹੜੀ ਨਵੀਂ ਵੇਵ ਆਈ ਆ ਇਹਦੇ ਲਈ ਅਸੀਂ ਦੋਨੋਂ ਵੇਵਸ ਨੂੰ ਐਡ ਅਪ ਕਰਾ ਦਿਓ। ਇਹ ਮਤਲਬ ਆਪਣੇ ਕੋਲ ਆ ਜਾਏਗਾ a sin ωt + b sin ωt + φ। ਇਹਨੂੰ ਫਰਦਰ ਸਿੰਪਲੀਫਾਈ ਕਰਨ ਵਾਸਤੇ ਤੇ sin a + b ਦਾ ਫਾਰਮੂਲਾ ਖੋਲ ਦਿਓ। ਇਹ ਮਤਲਬ ਆਪਣੇ ਕੋਲ ਇਕੁਏਸ਼ਨ ਬਣ ਜਾਏਗੀ a sin ωt ਐਸ ਸੱਚ ਆਜੂ, b ਇਦਾਂ ਦੇ ਇਦਾਂ ਹੀ ਅੰਦਰ sin a + b ਦਾ ਫਾਰਮੂਲਾ ਖੋਲੋ, sin a cos b + cos a into sin b। क्या आ क्लियर है जी? Yes, sir. Yes, sir. ਇਹਨੂੰ ਆ sin ωt ਤੇ ਆ sin ωt ਵਾਲੀ ਟਰਮ ਜਿਹੜੀ ਹੈ ਕੰਬਾਈਨ ਕਰ ਲਈਏ, ਤੇ ਆਪਾਂ ਜੇ ਦੋਨਾਂ ਵਿੱਚੋਂ sin ωt ਕਾਮਨ ਕੱਢ ਦਈਏ, ਆਪਣੇ ਕੋਲ ਇਥੋਂ a ਬਚਿਆ ਤੇ ਇਧਰੋਂ b cos π ਬਚੇਗਾ। और दूजे पासे चलना तो दूजी टर्म मेरी बन गई b cos ωt into sin π। स्टेप क्लियर है? ਹੁਣ ਸਮਝੋ ਧਿਆਨ ਨਾਲ ਜੋ ਦੱਸਣ ਲੱਗਿਆ। ਹੁਣ ਤੁਹਾਡੇ ਕੋਲ ਇੱਕ ਨਵੀਂ ਵੇਵ ਬਣ ਗਈ ਤੀਜੀ, ਹੈ ਨਾ। ਆ ਦੋ ਵੇਵ ਓਵਰਲੈਪ ਹੋਈਆਂ, ਅਸੀਂ ਕਹਿੰਦੇ ਜੀ ਕੁਝ ਇਸ ਟਾਈਪ ਦੀ ਜਾਂ ਕੁਝ ਮੇਰੇ ਕੋਲ ਇਸ ਟਾਈਪ ਦੀ, ਕਿਸੇ ਵੀ ਟਾਈਪ ਦੀ ਇੱਕ ਵੇਵ ਆ ਗਈ। ਉਹ ਕਹਿੰਦਾ ਬੇਟੇ ਜੇ ਇੰਡੀਵਿਜੂਅਲ ਵੇਵ ਅਸੀਂ ਜਦੋਂ ਉੱਪਰ ਲਿੱਤੀਆਂ ਵਾ, ਉਹ ਚ ਅਸੀਂ ਕਿਹਾ ਸੀਗਾ ਕਿ ਇੱਕ ਟਰਮ ਡਿਸਪਲੇਸਮੈਂਟ ਦੀ ਆ, ਇੱਕ ਟਰਮ ਐਂਗਲ ਮੇਰੇ ਕੋਲ ਐਂਪਲੀਟਿਊਡ ਦੀ ਆ, ਔਰ ਇੱਕ ਟਰਮ ਮੇਰੇ ਕੋਲ ਐਂਗਲ ਦੀ ਆ। ਆਪਾਂ ਹੁਣ ਇਹ ਕਹਿ ਰਹੇ ਹਾਂ ਕਿ ਜਦੋਂ ਦੋ ਵੇਵ ਮੇਰੇ ਕੋਲ ਓਵਰਲੈਪ ਕਰ ਗਈਆਂ, ਨਵੀਂ ਵੇਵ ਬਣ ਗਈ, ਤੇ ਨਵੀਂ ਵੇਵ ਦੀ ਡਿਸਪਲੇਸਮੈਂਟ ਜਿਹੜੀ ਆ ਉਹ ਤਾਂ ਅਸੀਂ y ਨਾਲ ਦੱਸ ਦਿੱਤੀ। ਜਿਹੜਾ ਨਵੀਂ ਵੇਵ ਦਾ ਐਂਪਲੀਟਿਊਡ ਹੋਏਗਾ ਇਹਨੂੰ ਮੈਂ r ਮੰਨ ਲਵਾਂ। ਜਿਹੜਾ ਨਵੀਂ ਵੇਵ ਨੇ ਆਪਣੀ ओरिजिनल ਵੇਵ ਦੇ ਨਾਲ ਐਂਗਲ ਦਾ ਡਿਫਰੈਂਸ ਬਣਾਇਆ ਹੋਏਗਾ ਉਹਨੂੰ ਮੈਂ ਥੀਟਾ ਮੰਨ ਲਵਾਂ। ਤਿੰਨ ਵੇਰੀਏਬਲ ਲੈਣ ਲੱਗਿਆ। ਜਿਹਦਾ ਪਹਿਲੀ ਵੇਵ ਆਪਾਂ ωt ਐਂਗਲ ਨਾਲ ਦੱਸੀ ਆ, ਦੂਜੀ ਵੇਵ ਅਸੀਂ ਕਿਹਾ ਸੀ ωt ਨਾਲੋਂ ਕੁਝ ਫੇਸ ਡਿਫਰੈਂਸ ਬਣਾਏਗੀ, ਠੀਕ ਹੈ। ਇਦਾਂ ਹੀ ਜਦੋਂ ਦੋ ਵੇਵ ਐਡ ਕਰਕੇ ਤੀਜੀ ਨਵੀਂ ਵੇਵ ਬਣੇਗੀ, ਉਹਦੇ ਅੰਦਰ ਵੀ ਅਸੀਂ ਕਹਿੰਦੇ ਜੀ ਨਵੀਂ ਬਣੀ ਵੇਵ ਦਾ ਆਪਣਾ ਕੁਝ ਐਂਪਲੀਟਿਊਡ ਹੋਏਗਾ, ਨਵੀਂ ਬਣੀ ਵੇਵ ਦਾ ਆਪਣਾ ਕੁਝ ਡਿਸਪਲੇਸਮੈਂਟ ਦਾ ਵੇਰੀਏਬਲ ਹੋਏਗਾ, ਔਰ ਨਵੀਂ ਬਣੀ ਵੇਵ ਜਿਹੜੀ ਆ ਉਹ ਐਸ ਸੱਚ ਇਸ ਪਹਿਲੀ ਵੇਵ ਦੇ ਨਾਲ ਕੁਝ ਐਂਗਲ ਦਾ ਡਿਫਰੈਂਸ ਯਾਨੀ ਫੇਸ ਡਿਫਰੈਂਸ ਬਣਾਏਗੀ। ਇਹਨਾਂ ਤਿੰਨ ਵੇਰੀਏਬਲ ਦੀ ਫਾਰਮ ਚ ਜੇ ਮੈਂ ਆਪਣੀ ਇਸ ਗਿਵਨ ਇਕੁਏਸ਼ਨ ਨੂੰ ਸੈੱਟ ਕਰਨਾ, ਕਿਉਂਕਿ ਦੋ ਵੇਵ ਨੂੰ ਅਸੀਂ ਐਡ ਕਰ ਚੁੱਕੇ ਹਾਂ, ਐਡ ਕਰਕੇ ਸਾਡੀ ਫਾਈਨਲ ਵੇਵ ਆ ਬਣੀ ਆ, ਪਰ ਇਹ ਉਸ ਫਾਰਮੈਟ ਚ ਨਹੀਂ ਆਈ ਜਿਸ ਚ ਆ ਦੋਨੋਂ ਵੇਵਸ ਨੇ, ਆ ਦੋਨੋਂ ਮੇਰੀਆਂ ਇਕੁਏਸ਼ਨਸ ਹੈਗੀਆਂ ਨੇ। ਇਦਾਂ ਦੀ ਹੀ ਕੋਈ ਫਾਰਮ ਬਣਾਉਣ ਵਾਸਤੇ ਇਹ ਚ ਅਸੀਂ ਕੀ ਲਗਾਉਣ ਲੱਗੇ ਕਿ ਟ੍ਰਿਗਨੋਮੈਟ੍ਰਿਕ ਆਇਡੈਂਟੀਟੀ ਅਪਲਾਈ ਕਰੋ ਕੋਈ। ਉਹਦੇ ਲਈ ਜੇ ਮੈਂ ਇੱਥੇ ਦੇਖਾਂ a ਮੇਰੇ ਕੋਲ, b ਮੇਰੇ ਕੋਲ ਤੇ φ, ਹਨਾ। a ਤੇ b ਮੇਰੇ ਕੋਲ ਦੋ ਮੇਰੀਆਂ ਇੰਡੀਵਿਜੂਅਲ ਵੇਵ ਦੇ ਐਂਪਲੀਟਿਊਡ ਆ, ਔਰ φ ਮੇਰੇ ਕੋਲ ਐਸ ਸੱਚ ਇਹਨਾਂ ਦੋਨਾਂ ਵੇਵ ਦੇ ਵਿਚਲਾ ਫੇਜ਼ ਡਿਫਰੈਂਸ ਆ। ਇੰਨੀ ਗੱਲ ਸਮਝ ਲੱਗ ਰਹੀ? Yes, sir. Yes, sir. ਉਹ ਤੇ ਮੈਥਮੈਟਿਕਲੀ ਲਿਖਣਾ ਹੋਵੇ ਆਪਾਂ ਸਿੱਧੀ ਇੱਕ ਲਾਈਨ ਲਿਖਣੀ ਆ, ਪਰ ਤੁਹਾਨੂੰ ਇੰਨਾ ਕਲੀਅਰ ਹੋਵੇ ਕਿਉਂ ਉਹਦਾ ਯੂਜ਼ ਆ ਰਿਹਾ। ਅਸੀਂ ਇਹ ਕਹਿ ਰਹੇ ਹਾਂ ਕਿ ਜਦੋਂ ਦੋ ਵੇਵ ਨੇ ਓਵਰਲੈਪ ਕੀਤਾ, ਜੇ ਇਹਨਾਂ ਦੋਨਾਂ ਦੇ ਵਿੱਚ ਫੇਜ਼ ਡਿਫਰੈਂਸ 0 ਹੋਏਗਾ ਤੇ ਇਹ ਦੋਨੋਂ ਐਂਪਲੀਟਿਊਡ ਐਡ ਹੋ ਕੇ a + b ਬਣ ਜੂ, ਯਾਨੀ φ 0 ਡਿਗਰੀ ਤੇ a + b ਆ ਜੂ।
इधर फाई 0 डिग्री करके साइन 0 मीन आ टर्म मेरी 0 हो जू। ठीक है, जे मैं फाई 90 डिग्री लवां कि भी जदों दो वेव ओवरलैप कीतियां एक साइन दी होवे एक कॉस दी होवे, मतलब इत्थे 90 डिग्री लिखिया होवे ते आ साइन दी थां ते कॉस बन जानी इक्वेशन। जदों 90 होएगा ते आ टर्म 0 हो जानी, उदों ए बचिया इधरों ते इधरों साइन 90 करके बी कॉस ओमेगा टी आया। ये सारी चीज दा मतलब की आ? बुक च ये चीज़ां इदां किते नहीं लिखियां मिलियां, बुक च उन्हें सीधी मैथमेटिकल कंडीशन क्यों लिखी मैं ओदी गल करदा पिया। जदों तुसी एज सच आ इक्वेशन बनाई आ, इनू भी पूरी इक्वेशन नू इदां दे किसी फॉर्मेट च डेवलप करन वास्ते आपां की करन लगे, पुट a plus b cos phi इक्वल टू r cos थीटा। ठीक है, और इधरों चला पे b sin phi इक्वल टू r sin थीटा। कहना भी ਇਹਦਾ ਕੀ ਮਤਲਬ ਹੋਇਆ? ਤੁਸੀਂ ਇਹ ਕਿਹਾ ਕਿ ਜਿਹੜੀਆਂ ਦੋਨਾਂ ਵੇਵ ਦੇ ਇੰਡੀਵਿਜੂਅਲ ਐਂਪਲੀਟਿਊਡ ਆ ਤੇ ਜਿਹੜਾ ਉਹਨਾਂ ਵਿਚਲਾ ਫੇਜ਼ ਡਿਫਰੈਂਸ ਆ, ਇਹਨਾਂ ਤਿੰਨਾਂ ਚੀਜ਼ਾਂ ਦੀ ਹੈਲਪ ਨਾਲ ਅਸੀਂ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਤੇ ਰਿਜ਼ਲਟੈਂਟ ਵੇਵ ਦਾ ਫੇਜ਼ ਐਂਗਲ ਕੱਢ ਲਾਂਗੇ ਕਿੰਨਾ ਬਣੇ। ਹੁਣ ਇਹ ਕੰਡੀਸ਼ਨ ਨੂੰ ਅਸੀਂ cos ਹੀ ਕਿਉਂ ਲਿਖਿਆ, sin ਕਿਉਂ ਨਹੀਂ ਲਿਖ ਸਕਦੇ ਹੋ? ਜੇ ਮੈਂ ਇਹਦੀ ਥਾਂ ਦੇ ਉੱਤੇ r sin ਥੀਟਾ ਔਰ ਇਹਦੀ ਥਾਂ ਤੇ r cos ਥੀਟਾ ਕਰਾਂ ਕੋਈ ਗਲਤੀ ਨਹੀਂ। ਇਸ ਵੇਲੇ ਸਿਰਫ ਇਹ ਹੋਏਗਾ कि जदों एदी थां ते मैं वैल्यू भरनी आ a plus b cos phi दी थां ते r cos थीटा, ये बन जाना sin ओमेगा t into cos थीटा वाली फॉर्म r cos थीटा। ठीक है, इत्थे मेरे को जेड़ा कहंदा जी ऐसा आ जू b cos ओमेगा t, ठीक है, यानी cos ओमेगा t into कहंदा जी sin थीटा। सुखदीप है बेटा ग्रुप च? सुखदीप ਹੁਣ ਆ ਦੋਨੋਂ ਦੀਆਂ ਦੋਨੋਂ ਚੀਜ਼ਾਂ ਜਿਹੜੀਆਂ ਨੇ ਜੇ ਆਪਾਂ ਇਸ ਰਿਲੇਸ਼ਨ ਚ ਯੂਜ਼ ਕਰ ਲਈਏ ਤੇ ਪੂਰੇ ਦਾ ਪੂਰਾ ਫਾਰਮ ਆਪਣਾ ਫਾਰਮੂਲਾ ਜਿਹੜਾ ਉਹ ਇੱਕ ਸਟੈਂਡਰਡ ਇਕੁਏਸ਼ਨ ਚ ਕਨਵਰਟ ਹੋਏਗਾ। ਉਹਦੇ ਲਈ ਸਟੈਪ ਇਹ ਬਣੂਗਾ y equal to sin omega t into r cos theta प्लस कहना जी अपने को आ गया cos omega t और b sin phi ਦੀ ਥਾਂ ਤੇ ਆ ਜਾਏਗਾ r कहना जी मेरे को sin theta। ਹੁਣ ਜੇ ਮੈਂ ਇਹਨੂੰ ਐਸਾ ਸਿੰਪਲੀਫਾਈ ਕਰਕੇ r ਕਾਮਨ ਕੱਢ ਲਵਾਂ, ਟਰਮ ਆ ਗਈ sin omega t into cos theta plus cos omega t into sin theta। ਤੇ ਜੇ ਮੈਂ ਇਦਾਂ ਨਾ ਲਿਖ ਕੇ ਇਹਨੂੰ sin ਇਹਨੂੰ cos ਚ ਬਦਲਿਆ ਹੁੰਦਾ, ਫਰਕ ਸਿਰਫ ਇਹ ਆਣਾ ਸੀ, ਇਹ ਆਣਾ ਸੀ sin omega t sin theta plus cos omega t into ਕਹਿੰਦਾ ਜੀ cos theta, ਯਾਨੀ cos a cos b plus sin a sin b, ਫਿਰ ਉਹ ਫਾਰਮੂਲਾ ਬਣਦਾ। ਹੁਣ ਸਾਡਾ ਬਣਦਾ ਪਿਆ sin a cos b plus cos a sin b। ਇਨੀ ਗੱਲ ਸਮਝ ਲੱਗੀ ਆ? Yes, sir. Yes, sir. ਠੀਕ ਹੈ ਜੀ, ਤੇ therefore ਜੇ ਇੱਥੇ ਆਪਾਂ ਲਿਖ ਦਈਏ ਤੇ sin a cos b plus cos a sin b, ਇਹ sin a plus b ਦਾ ਫਾਰਮੂਲਾ ਬਣ ਜੂ। Yes, sir. Yes, sir. ਇੱਥੇ ਅਸੀਂ sin a plus b ਦਾ ਫਾਰਮੂਲਾ ਐਕਸਪੈਂਡ ਕੀਤਾ ਸੀ, ਇੱਥੇ ਐਕਸਪੈਂਡਡ ਫਾਰਮ ਨੂੰ ਅਸੀਂ ਐਸ ਸੱਚ ਕੰਪਰੈਸ ਕਰਕੇ ਲਿਖਣ ਲੱਗੇ ਤੇ y ਦਾ ਫਾਰਮੂਲਾ ਆ ਜਾਏਗਾ r sin omega t plus theta। ਹੁਣ ਜੇ ਮੈਂ ਇਸ ਇਕੁਏਸ਼ਨ ਨੂੰ ਨਿਗਾਹ ਮਾਰਾਂ है ना, जे इस इक्वेशन ਨੂੰ ਨਿਗਾਹ ਮਾਰਾਂ ਇਹਦੀ ਫਾਰਮੇਸ਼ਨ ਵੀ ਸੇਮ ਆਪਣੇ ਕੋਲ ਪਹਿਲੀਆਂ ਦੋ ਵੇਵ ਵਕਨ ਆ ਗਈ। ਇਹਦੇ ਅੰਦਰ ਜੇ ਆਪਾਂ ਚੱਲੀਏ ਜਦੋਂ ਇਹਨਾਂ 'ਚ ਇੱਕ ਇੱਕ ਟਰਮ ਐਂਪਲੀਟਿਊਡ ਦੀ ਆ ਇੱਕ ਡਿਸਪਲੇਸਮੈਂਟ ਦੀ ਆ, ਆਪਣੇ ਕੋਲ ਵੀ ਕੁਝ ਇਹੀ ਆ ਗਿਆ, ਇੱਕ ਟਰਮ ਆਪਣੀ ਡਿਸਪਲੇਸਮੈਂਟ ਦੀ ਔਰ ਇੱਕ ਰਿਜ਼ਲਟੈਂਟ ਐਂਪਲੀਟਿਊਡ ਦੀ ਆ। ਉੱਪਰ ਦੇਖਾਂ ਤੇ ਮੇਰੇ ਕੋਲ ਐਸ ਸੱਚ ਦੋਨਾਂ ਇਕੁਏਸ਼ਨ 'ਚ ਸਾਈਨ ਦੇ ਆਰਗੂਮੈਂਟ ਆ, ਠੀਕ ਹੈ ਜੀ, ਥੱਲੇ ਵੀ ਉਹੀ ਆ, ਇੱਥੇ ਨਾਲ ਐਂਗਲ ਦੀ ਟਰਮ ਆ ਮੇਰੇ ਕੋਲ, ਇਸੇ ਵੇ ਨਾਲ ਮੇਰੇ ਕੋਲ ਜਿਹੜੀ ਇੱਥੇ ਟਰਮ ਆ ਗਈ ਸਾਈਨ ਦੀ ਫਾਰਮ 'ਚ ਕਹਿੰਦਾ ਜੀ ओमेगा t plus थीटा। ਇਹਦਾ ਮਤਲਬ ਇਹ ਹੋਇਆ ਕਿ ਜੇ ਪਹਿਲੀ ਵੇਵ ਦੇ ਨਾਲ ਦੂਜੀ ਵੇਵ ਜਿਹੜੀ ਓਵਰਲੈਪ ਕਰਨੀ ਆ, ਜੇ ਇਹਨਾਂ ਦੋਨਾਂ ਦੇ ਵਿੱਚ ਫੇਜ਼ ਡਿਫਰੈਂਸ φ ਸੀਗਾ ਹਨਾ, ਤੇ ਜਿਹੜੀ ਪਹਿਲੀ ਵੇਵ ਨਾਲ ਰਿਜ਼ਲਟੈਂਟ ਵੇਵ ਬਣੀ ਆ ਉਹਦਾ ਫੇਜ਼ ਡਿਫਰੈਂਸ ਥੀਟਾ ਆਜੂ। ਹਾਂਜੀ ਸਰ। ਯੈਸ ਸਰ। Yes, sir. Yes, sir. क्या समय लग रहा? हाँ जी सर। Yes, sir. चल ਹੁਣ ਆ ਮੇਰੇ ਕੋਲ ਐਸਐਚ ਇੱਕ ਮੇਰੀ ਫਾਈਨਲ ਇਕੁਏਸ਼ਨ ਬਣੀ ਆ, ਠੀਕ ਹੈ ਜੀ, ਜਿਹੜੀ ਮੇਰੀ ਐਸਐਚ ਇਸ ਰਿਜ਼ਲਟੈਂਟ ਵੇਵ ਪੈਟਰਨ ਨੂੰ ਜਸਟੀਫਾਈ ਕਰੇਗੀ। ਹੁਣ ਫਰਦਰ ਕੰਟੀਨਿਊ ਕਰਨ ਲਈ ਕਿ ਵੀ ਇਸ r ਦੀ ਵੈਲਿਊ a b ਤੇ φ ਦੀ ਫਾਰਮ ਚ ਆਣੀ ਕਿੰਨੀ ਆ, ਇਹ ਮੇਰੇ ਕੋਲ ਅਗਲਾ ਪਾਰਟ ਆ ਜਿਹੜਾ ਮੇਰਾ ਯੂਜ਼ ਹੋਣਾ ਸ਼ੁਰੂ ਹੋਏਗਾ। ਉਹਦੇ ਲਈ ਕੀ ਕਰਾਂਗੇ, ਆ ਜਿਹੜੀਆਂ ਦੋ ਇਕੁਏਸ਼ਨ ਆਈਆਂ ਮੇਰੀਆਂ ਇਹਨਾਂ ਦੋਨਾਂ ਨੂੰ ਸਕੇਅਰਿੰਗ ਐਂਡ ਐਡਿੰਗ ਕਰ ਲਓ। ਅਸੀਂ r ਦੀ ਵੈਲਿਊ ਇਨ ਟਰਮ ਆਫ a b ਐਂਡ φ ਕਰ ਦਾਂਗੇ, यानी जो नेक्स्ट स्टेप च करने लगे उस आ जाएगा
स्केयर एंड ऐड, ठीक है जी, इक्वेशन 1 एंड 2 ਤੇ ਜੇ ਇਹਨੂੰ ਮੈਂ ਸਕੇਅਰਿੰਗ ਕਰਕੇ ਐਡ ਕਰਾਂ r ਸਕੁਅਰ ਇਧਰ ਆਣਾ cos ਸਕੁਅਰ plus sin ਸਕੁਅਰ 1 ਬਣ ਜਾਣਾ, ਇਧਰ ਇਹਦਾ ਹੋਲ ਸਕੁਅਰ plus ਇਨੀ ਟਰਮ ਆ ਜੂ, ਇਹ ਮਤਲਬ ਆਪਣੇ ਕੋਲ ਟਰਮ ਬਣੀ a plus b cos phi ਇਹਦਾ ਹੋਲ ਸਕੁਅਰ plus b ਸਕੁਅਰ sin ਸਕੁਅਰ phi इक्वल टू आ जाएगा r स्क्वायर। क्या इतना क्लियर जी? Yes, sir. Yes, sir. ਤੇ ਜੇ ਆ ਮੈਂ ਹੋਲ ਸਕੁਅਰ ਓਪਨ ਕਰ ਲਾਂ, ਇੱਥੇ ਆ ਜਾਣਾ a ਸਕੁਅਰ plus b ਸਕੁਅਰ cos ਸਕੁਅਰ phi plus 2ab cos phi plus b ਸਕੁਅਰ sin ਸਕੁਅਰ phi, मतलब b ਸਕੁਅਰ cos ਸਕੁਅਰ phi plus b ਸਕੁਅਰ sin ਸਕੁਅਰ phi, b ਸਕੁਅਰ ਕਾਮਨ ਕਰਕੇ sin ਸਕੁਅਰ plus cos ਸਕੁਅਰ 1 ਬਣ ਜੂ। Yes, sir. Yes, sir. Yes, sir. therefore ਜੇ ਆਪਾਂ ਇਹਦੇ ਤੋਂ r ਸਕੁਅਰ ਲਿਖੀਏ ਤੇ r ਸਕੁਅਰ ਦਾ ਫਾਰਮੂਲਾ ਆ ਜਾਣਾ a ਸਕੁਅਰ plus b ਸਕੁਅਰ plus 2ab cos phi। क्या इना क्लियर है जी? Yes, sir. इना समय लग्या सारियां नू? Yes, sir. Yes, sir. Yes, sir. चल हुण आ जेड़े ग्राफ बना रहे सी इहदी लोड खत्म आ, इहनू चुक रहे हैं। चल इस तो अगे कंटिन्यू कर रहे हैं बेटा। सो अपने को जेड़ा स्टेप आ गया उस देयरफॉर अपने को r दी वैल्यू आ गई a स्क्वायर प्लस b स्क्वायर प्लस 2ab cos phi और ਇਹਦੀ ਸਾਰੇ ਦੀ ਪਾਵਰ ਸਾਡੇ ਕੋਲ ਆ ਗਈ ਅੰਡਰ रूट। ਇਹਨਾਂ ਕਲੀਅਰ? हाँ जी सर। Yes, sir. ਚਲ ਹੁਣ ਅੱਗੇ ਜੇ ਚਲੀਏ ਇਹ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਆਇਆ ਤੇ ਪੁੱਤ ਆਪਾਂ ਨੂੰ ਆ ਪ੍ਰੋਪਰਟੀ ਪਤਾ we know that intensity of light is always directly proportional to square of amplitude, that is I proportional to r square। clear है निगल? Yes. Yes, sir. a की सीगा मेरे को a और b की सीगे मेरे Amplitude of y1 and amplitude b. of the first wave, amplitude of the second wave। ਤੇ ਜੇ amplitude ਦਾ ਸਕੁਅਰ ਕਰਾਂ ਤੇ ਇਹ ਵੀ ਇੰਟੈਂਸਿਟੀ ਬਣ ਜੂ। Yes, sir. Yes, sir. amplitude ਦਾ ਸਕੁਅਰ ਇੰਟੈਂਸਿਟੀ ਬਣ ਜੂ। ਇਹਦਾ ਮਤਲਬ ਜੇ ਮੈਂ I proportional to r ਸਕੁਅਰ ਕਹਿ ਰਿਹਾ यानी I equal to k r ਸਕੁਅਰ ਆ ਗਿਆ, ठीक है। I1 proportional to a ਸਕੁਅਰ मतलब I1 equal to k a ਸਕੁਅਰ, ठीक है। इसी तरह ही आप जिथे सिमिलरली कह के I2 लिख दिए तो आ जाएगा k into b स्क्वायर। क्या आ चीज क्लियर? Yes, sir. Yes, sir. ਤੇ ਜੇ ਮੈਂ ਹੁਣ ਆ ਇਕੁਏਸ਼ਨ ਦੇ ਅੰਦਰ ਹਨਾ ਇਹਦੇ ਸਕੁਅਰ ਦੀ ਫਾਰਮ ਚ ਮੈਂ ਲਿਖਿਆ ਹੋਵੇ, ਆਪਾਂ ਇੱਥੇ ਆਹੀ ਲਾਈਨ ਦੁਬਾਰਾ ਲਿਖ ਰਹੇ we know that r square equal to a square plus b square plus 2ab cos phi, ठीक है जी। इस पूरी इक्वेशन ਦੇ ਅੰਦਰ ਜੇ ਆਪਾਂ r square ਦੀ ਥਾਂ ਤੇ, ठीक है, इथे भी मैं एस च k ना मल्टीप्लाई कर ला ते इस पूरे नु भी k ना कर ला ते आ k r स्क्वायर जेड़ा इनु i लिख सकदा। हाँ जी सर। Yes, Yes, sir. sir. ਇਹਦਾ ਮਤਲਬ ਜੇ ਆਪਾਂ ਇਸ ਸਟੈਪ ਨੂੰ ਬਣਾਈਏ ਤੇ ਆਪਣੇ ਕੋਲ ਆ ਜਾਏਗਾ i equal to k a square ਮੇਰਾ i1 k ਆਪਾਂ ਕਹਿੰਦੇ ਜੇ ਆਪਣਾ ਕੈਨਸਲ ਹੋ ਚੁੱਕਾ, ਇਹ ਵਾਲਾ ਆਪਣੇ ਕੋਲ ਇੱਥੇ ਆ ਗਿਆ i1 plus i2 और जे a square ਨੂੰ i1 ਕਹਿੰਦੇ ਹੋ ਤੇ a ਨੂੰ root i1 ਕਹਿ ਸਕਦਾ। Yes, sir. ਇਹਦੇ ਬਾਅਦ ਇੱਥੇ ਲਿਖਾਂ ਤਾਂ ਮੇਰੀ ਟਰਮ ਆ ਜਾਏਗੀ 2 into root i1 into root i2 into cos phi। क्या आ इक्वेशन क्लियर है जी? हाँ जी सर। Yes. सो Yes, अपने को एज सच सेकंड फॉर्म बन जाएगी, ठीक है जी। एक टर्म ਅਸੀਂ एम्पलीट्यूड ਦੀ ਫਾਰਮ ਚ ਡਿਫਾਈਨ ਕਰ ਦਿੱਤੀ ਰਿਜ਼ਲਟੈਂਟ ਵੇਵ ਦੀ, ਇੱਕ ਟਰਮ ਅਸੀਂ ਰਿਜ਼ਲਟੈਂਟ ਇੰਟੈਂਸਿਟੀ ਦੀ ਫਾਰਮ ਚ ਡਿਫਾਈਨ ਕੀਤੀ। ਪਹਿਲਾਂ ਇੰਨਾ ਸਮੇਂ ਲੱਗਿਆ। Yes, sir. Yes, sir. ਕਲੀਅਰ ਹੈ ਜੀ ਸਾਰਿਆਂ ਨੂੰ? Yes, sir. ਚਲ ਹੁਣ ਪੁੱਤ ਆਪਾਂ ਕੰਡੀਸ਼ਨ ਕਿੱਥੇ ਲੈਣ ਲੱਗੇ, ਆਪਾਂ ਇਹ ਕਿਹਾ ਸੀਗਾ ਕਿ ਸਕਰੀਨ ਤੇ ਦੋ ਟਾਈਪ ਦੀ ਆਪਾਂ ਨੂੰ ਪੈਟਰਨ ਦਿਖਦੀ ਆ, ਤਾਂ ਡਾਰਕ ਇੰਟੈਂਸਿਟੀ ਵਾਲੇ ਜਾਂ ਬ੍ਰਾਈਟ ਇੰਟੈਂਸਿਟੀ ਵਾਲੇ। ਆਪਣੇ ਕੋਲ ਨਾਰਮਲ ਇੰਟੈਂਸਿਟੀ ਵਾਲਾ ਸਕਰੀਨ ਤੇ ਕੋਈ ਪੈਟਰਨ ਨਹੀਂ ਆਣਾ, ਜਾਂ ਤਾਂ ਇੰਟੈਂਸਿਟੀ ਨਾਰਮਲ ਤੋਂ ਵੱਧ ਕੇ ਆਏਗੀ ਜਾਂ ਘਟ ਕੇ ਆਏਗੀ। ਇਹਦੇ ਨਾਲ ਅਸੀਂ ਕਹਿੰਦੇ ਦੋ ਟਾਈਪ ਦੇ ਸਕਰੀਨ ਤੇ ਪੈਟਰਨ ਆ, ਇੱਕ ਬ੍ਰਾਈਟ ਪੈਟਰਨ ਤੇ ਇੱਕ ਡਾਰਕ।
मतलब एक थां ते इंटेंसिटी मैक्सिमम आ और एक थां ते इंटेंसिटी मिनिमम। हुण मैक्सिमम ते मिनिमम इंटेंसिटी वास्ते जिवें इत्थे देखा किते अपनी डिपेंडेंस हैगी आ, रिजल्टेंट इंटेंसिटी मैक्सिमम उदों हो जदों cos पाई मैक्सिमम हो, मिनिमम हो जदों cos पाई दी वैल्यू मिनिमम हो। इहदा मतलब cos फाई यानी फेज डिफरेंस वो डिसाइड करेगा कि तुहाडे कोल रिजल्टेंट इंटेंसिटी मैक्सिमम आनी कि मिनिमम आनी। क्या इन्नी गल समझ लगी? yes sir, Yes, sir. चलो हुण आपां इसे चीज नूं दे रहे ते लेके फॉर कंस्ट्रक्टिव इंटरफेरेंस। कंस्ट्रक्टिव इंटरफेरेंस का मतलब ये आ कि जदों अपने कोल इंटेंसिटी जिहड़ी वो मैक्सिमम बनेगी ते एस च आई दी वैल्यू मैक्सिमम कदों कदों आ सकदी है? कौन बोलेगा? ओए बच्चे, आई दी वैल्यू मैक्सिमम कदों आएगी? जदों cos मैक्सिमम, cos दी मैक्सिमम वैल्यू कितनी हुंदी है पुੱਤ? 0 डिग्री 1 1 ਹੁੰਦੀ ਆ। cos ਦੀ ਵੈਲਿਊ 1 ਕਿਹੜੇ ਐਂਗਲ ਤੇ ਹੁੰਦੀ ਆ? 0 डिग्री 0 ਹੋਰ ਕੋਈ ਐਂਗਲ 0 ਤੋਂ ਬਾਅਦ 2 पाई 2 ਪਾਈ, ਫਿਰ 180 2 ਪਾਈ, ਫਿਰ 6 ਪਾਈ, ਫਿਰ 8 ਪਾਈ। ਇਹਦਾ ਮਤਲਬ ਜਦੋਂ ਮੈਂ 2 ਪਾਈ ਦੇ ਮਲਟੀਪਲ ਚ ਚੱਲਦਾ ਜਾਵਾਂਗਾ ਹਰ ਉਸ ਐਂਗਲ ਵਾਸਤੇ cos ਪਾਈ ਦੀ ਵੈਲਿਊ ਮੈਕਸਿਮਮ ਆਉ। Yes, sir. yes ਇਹਦਾ ਮਤਲਬ ਆਪਾਂ ਕੰਡੀਸ਼ਨ ਕੀ ਲਿਖਣ ਲੱਗੇ? ਠੀਕ ਹੈ ਜੀ, ਹੇਅਰ I equal to I max, ठीक है जी, if cos phi equal to 1, जे cos phi ਦੀ ਵੈਲਿਊ 1 ਆ ਉਹ ਕਹਿੰਦਾ ਵੀ ਕਿਹੜੇ ਕਿਹੜੇ ਐਂਗਲ ਹੀ ਜਨਰਲਾਈਜ਼ ਕਰ ਦੋ ਤੇ ਆਪਾਂ ਇਹਨੂੰ ਜਨਰਲਾਈਜ਼ ਕਰਕੇ cos of n into 2 pi ਲਿਖ ਸਕਦੇ ਹਾਂ yes sir, yes sir ਹਨਾ। ਪਹਿਲਾਂ ਤਾਂ 0 ਪਾਈ ਆ ਗਿਆ, ਫਿਰ 1 into 2 ਪਾਈ ਆ ਗਿਆ, ਫਿਰ 2 into 2 ਪਾਈ ਆ ਗਿਆ, ਫਿਰ 3 ਮਤਲਬ n into 2 ਪਾਈ ਦੇ ਮਲਟੀਪਲ ਚ ਜਿੰਨੇ ਐਂਗਲ ਆਣੇ ਆ ਉਹਨਾਂ ਬੇਟਾ ਸਾਰਿਆਂ ਵਾਸਤੇ ਆਪਣੇ ਕੋਲ ਜਿਹੜਾ cos phi ਦੀ ਵੈਲਿਊ ਮੈਕਸਿਮਮ ਆਊਗੀ। yes sir, yes ਇਹਦਾ ਮਤਲਬ ਜੇ ਮੈਂ ਇਹਨੂੰ ਇੱਥੇ ਲਿਖਾਂ ਤੇ i ਦੀ ਵੈਲਿਊ ਜਦੋਂ i max ਕਰ ਦਾਂਗੇ ਤੇ cos phi ਦੀ ਵੈਲਿਊ 1 ਆ ਜਾਏਗੀ ਤੇ देयरफॉर ਸਾਡੇ ਕੋਲ i max ਦਾ ਫਾਰਮੂਲਾ I max ਦਾ ਫਾਰਮੂਲਾ ਆ ਜਾਏਗਾ I1 plus I2 plus 2 root I1 into root I2 into 1 ਇਹਨਾਂ ਆਜੂ ਜੀ। Yes, sir. yes sir ਤੇ ਜੇ ਨੂੰ ਮੈਂ ਲਿਖਾਂ ਤੇ देयरफॉर I max ਦੀ ਵੈਲਿਊ देयरफॉर I max ਦੀ ਵੈਲਿਊ root I1 plus root I2 ਦਾ ਹੋਲ ਸਕੁਅਰ ਬਣ ਜੂ yes sir yes sir, है ना। और जे मैं यही चीज नु एम्पलीट्यूड दी फॉर्म च कहना चाहां वो भी कह सकते ਆਪਾਂ r ਆਪਾਂ ਉੱਪਰ ਡਿਫਾਈਨ ਕੀਤਾ ਸੀਗਾ r ਆਪਾਂ ਡਿਫਾਈਨ ਕੀਤਾ ਸੀ ਜੇ ਇੱਥੇ cos phi ਦੀ ਵੈਲਿਊ 1 ਭਰ ਦਵਾਂ ਤੇ ਇਹ ਮੇਰਾ a ਸਕੁਅਰ plus b ਸਕੁਅਰ plus 2ab ਦਾ ਹੋਲ ਸਕੁਅਰ ਯਾਨੀ a plus b ਦਾ ਹੋਲ ਸਕੁਅਰ ਬਣ ਕੇ ਉਹਦਾ ਰੂਟ ਆਜੂ। yes sir Yes, sir. ਇਹਦਾ ਮਤਲਬ ਜੇ ਮੈਂ r max ਲਿਖਣਾ ਹੋਵੇ ਜੇ ਮੈਂ r max ਲਿਖਣਾ ਹੋਵੇ ਤੇ ਉਹਦਾ ਫਾਰਮੂਲਾ a plus b ਆਜੂ। yes sir Yes, sir. ਤੇ ਜੇ ਮੈਂ ਇਸ ਚੀਜ਼ ਨੂੰ ਵੀ ਆਪਾਂ ਐਂਪਲੀਟਿਊਡ ਦੀ ਫਾਰਮ ਚ ਲਿਖਣਾ ਤੇ ਇਹਨੂੰ ਮੈਂ a plus b ਦਾ ਹੋਲ ਸਕੁਅਰ ਕਹਿ ਸਕਦਾ ਜੀ। yes sir yes yes Yes, sir sir. ਇਹ i max ਜਿਹੜਾ ਵਾ ਉਹ r max ਦੇ ਸਕੁਅਰ ਦੇ ਪ੍ਰਪੋਰਸ਼ਨਲ ਆ ਤੇ r max ਜੇ a plus b ਆ ਤੇ ਇਹਦਾ ਮਤਲਬ ਇੱਥੇ a plus b ਦਾ ਹੋਲ ਸਕੁਅਰ ਬਣ ਗਿਆ। ਇਹ ਮੇਰੀ ਮੈਕਸਿਮਮ ਐਂਪਲੀਟਿਊਡ ਤੇ ਮੈਕਸਿਮਮ ਇੰਟੈਂਸਿਟੀ ਦੀ ਵੈਲਿਊ ਆ ਗਈ। ਇਦਾਂ ਹੀ ਆਪਾਂ ਜੇ ਡਿਸਟਰਕਟਿਵ ਇੰਟਰਫੇਰੈਂਸ ਗਿਣੀਏ ਯਾਨੀ ਜੇ ਅਸੀਂ ਇਹ ਕੰਸੀਡਰ ਕਰੀਏ ਕਿ ਆਪਣੇ ਕੋਲ ਸਕਰੀਨ ਦੇ ਉੱਤੇ ਡਿਸਟਰਕਟਿਵ ਇੰਟਰਫੇਰੈਂਸ ਹੋਈਗਾ। ਹੁਣ ਡਿਸਟਰਕਟਿਵ ਇੰਟਰਫੇਰੈਂਸ ਕਦੋਂ ਹੋਊ? sir, ਜਦੋਂ press at ਤੇ 90 90 ਆਪਾਂ ਕਿਹਾ ਸੀ ਡਿਸਟਰਕਟਿਵ ਇੰਟਰਫੇਰੈਂਸ ਕੀ ਹੁੰਦਾ? ਇੱਕ ਵੇਵ ਦੇ ਕ੍ਰੈਸਟ ਤੇ ਕੌਣ ਓਵਰਲੈਪ ਕਰਦਾ? trough ਜਦੋਂ ਕ੍ਰੈਸਟ ਤੇ ਟਰਫ ਓਵਰਲੈਪ ਕਰਦਾ ਨਾ ਫੇਜ਼ ਡਿਫਰੈਂਸ ਜਿਹੜਾ 180 ਡਿਗਰੀ ਹੁੰਦਾ। ਮਤਲਬ ਇੱਕ ਦਾ ਕ੍ਰੈਸਟ ਆ ਤੇ ਉੱਤੇ ਪੁੱਠੀ ਵੇਵ ਆਈ ਆ ਇਹ ਮਤਲਬ 180 ਡਿਗਰੀ ਪਲਟੀ ਆ ਵੇਵ ਉਹਦੇ ਤੋਂ। ਇੰਨੀ ਗੱਲ ਸਮਝ ਲੱਗੀ? Yes, sir. ਇਹਨਾਂ ਤੋਂ ਡਿਸਟਰਕਟਿਵ ਇੰਟਰਫੇਰੈਂਸ ਦੀ ਗੱਲ ਕਰਾਂਗੇ ਨਾ ਤੇ ਆਪਣੇ ਕੋਲ ਆ ਗਿਆ I equal to I min, ਠੀਕ ਹੈ ਜੀ, if cos phi equal to -1 ਤੇ ਕਹਿੰਦਾ ਬਈ cos ਦੀ ਵੈਲਿਊ -1 ਕਦੋਂ ਹੁੰਦੀ? ਅਸੀਂ ਕਿਹਾ ਜੀ 180 ਦਾ ਮਤਲਬ ਪਾਈ ਤੇ ਉਸ ਤੋਂ ਬਾਅਦ ਜਦੋਂ 3 ਪਾਈ ਹੋਰ ਕਰ ਲਵਾਂ 5 ਪਾਈ 7 ਪਾਈ 9 ਪਾਈ ਤੇ ਜੇ ਮੈਂ ਸਾਰਿਆਂ ਨੂੰ ਜਨਰਲਾਈਜ਼ ਕਰਾਂ ਤੇ ਜਿਹੜੇ cos ਦੇ ਮੈਂ ਐਂਗਲ ਬੋਲੇ 1 ਪਾਈ 3 ਪਾਈ
5 ਪਾਈ 7 ਪਾਈ ਇਹ ਸਾਰੇ odd ਐਂਗਲ ਆ ਰਹੇ। Yes, sir. ਇਹਦਾ ਮਤਲਬ ਇੱਕ ਚੀਜ਼ ਆ ਗਈ therefore ਠੀਕ ਹੈ ਜੀ I equal to I min ठीक है if cos phi equal to -1 equal to cos of 2n minus 1 into pi ਇਦਾਂ ਲਿਖ ਸਕਦਾ। ਜਦੋਂ ਵੀ ਤੁਸੀਂ odd ਨੰਬਰ ਲਿਖਣੇ ਆ odd ਨੰਬਰ ਲਿਖਣੇ ਉਹਨੂੰ ਅਸੀਂ 2n plus 1 ਜਾਂ 2n minus 1 ਦੀ ਫਾਰਮ ਚ ਲਿਖਦੇ ਆ। ਡਿਪੈਂਡ ਇਸ ਚੀਜ਼ ਤੇ ਕਰੇਗਾ n ਦੀ ਫਸਟ ਵੈਲਿਊ ਅਸੀਂ 0 ਰੱਖਣੀ ਆ ਕਿ 1 ਰੱਖਣੀ ਆ। ਜਿਵੇਂ n ਦੀ ਫਸਟ ਵੈਲਿਊ 1 ਰੱਖ ਕੇ ਚੱਲਣੀ ਹੋਵੇ ਤੇ 2n minus 1 ਲਗਾ ਸਕਦਾ। ਜਿਵੇਂ n ਦੀ ਫਸਟ ਵੈਲਿਊ 0 ਰੱਖਣੀ ਆ ਤੇ ਫਿਰ 2n minus 1 ਹੀ ਰੱਖਦੇ ਅਸੀਂ ਕਿਉਂਕਿ ਜੇ ਇੱਥੇ 0 ਭਰਿਆ ਤੇ ਇਹ cos of minus pi ਆਊ। Yes, sir. ਇਸ ਲਈ ਆਪਣੇ ਕੋਲ ਜਦੋਂ ਵੀ ਆਪਾਂ odd ਨੰਬਰ ਬਣਾਣੇ ਆ odd ਨੰਬਰ ਨੂੰ ਲਿਖਣ ਦਾ ਮਤਲਬ 2n plus 1 ਜਾਂ 2n minus 1 ਕੋਈ ਵੀ ਇੱਕ ਫਾਰਮ ਦੇ ਸਕਦੇ ਹੋ। ਕਿਆ ਬੇਟਾ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. Yes, sir. ਚਲੋ ਹੁਣ ਇੱਕ ਕੰਡੀਸ਼ਨ ਪਿੱਛੇ ਆਪਣੀ ਰਹਿ ਗਈ ਉਹਦੀ ਗੱਲ ਵੀ ਕਰਦਾ। ਜਦੋਂ cos pi cos n into 2 pi ਦੇ ਬਰਾਬਰ ਆਏਗਾ ਨਾ ਇਹਦੇ ਇਨ ਬਿਟਵੀਨ ਜੇ ਆਪਾਂ ਇੱਥੇ ਲਿਖ ਦਈਏ ਤੇ ਇਹਦਾ ਮਤਲਬ ਫੇਜ਼ ਡਿਫਰੈਂਸ ਦਾ ਫਾਰਮੂਲਾ ਮੇਰੇ ਕੋਲ ਜਿਹੜਾ ਉਹ n into 2 pi ਆ ਗਿਆ। ਮਤਲਬ ਆ ਦੋਨੋਂ ਦੇ ਦੋਨੋਂ cos ਵੈਲਿਊ ਨੂੰ ਇਕੁਏਟ ਕਰ ਦੋ ਤੇ ਮੈਨੂੰ ਐਸ ਸੱਚ ਫੇਜ਼ ਡਿਫਰੈਂਸ ਮਿਲ ਜਾਏਗਾ ਹਰ ਉਸ ਵੇਵਸ ਦਾ। ਠੀਕ ਹੈ ਜਿਨ੍ਹਾਂ ਨੇ ਸਕਰੀਨ ਦੇ ਉੱਤੇ ਕੰਸਟਰਕਟਿਵ ਇੰਟਰਫੇਰੈਂਸ ਕਰਨੀ ਆ। ਇਹ ਮਤਲਬ ਜਦੋਂ ਸਕਰੀਨ ਤੇ ਪਹੁੰਚਣ ਵਾਲੀਆਂ ਵੇਵਸ ਦੇ ਅੰਦਰ ਫੇਜ਼ ਦਾ ਡਿਫਰੈਂਸ n into 2 pi ਦੀ ਫਾਰਮ ਚ ਆਂਦਾ ਜਾਏਗਾ ਉਦੋਂ ਸਕਰੀਨ ਦੇ ਉੱਤੇ ਮੈਕਸਿਮਮ ਇੰਟੈਂਸਿਟੀ ਦੇ ਪੈਟਰਨ ਬਣੂਗੇ। Yes, sir. Yes, sir. ਢਿੱਲੇ ਪੈ ਗਏ ਹੋ ਕਿ ਇੰਨੀ ਗੱਲ ਸਮਝ ਲੱਗਦੀ ਪਈ? Yes, Yes, sir. sir. Yes, sir. ਇਹਦੇ ਇਤੋਂ ਚੱਲਾਂ cos phi ਦੀ ਵੈਲਿਊ ਜਦੋਂ ਇਹਨਾਂ ਇਕੁਏਟ ਕਰਦਾ ਪਿਆ ਇਹ ਸਾਰੇ ਮਿਨੀਮਮ ਇੰਟੈਂਸਿਟੀ ਤੇ ਫੇਜ਼ ਡਿਫਰੈਂਸ ਦੀਆਂ ਵੈਲਿਊਜ਼ ਹੈਗੀਆਂ। Yes, sir. Yes, Yes, sir. sir. Yes, sir. ਬਿਲਕੁਲ ਇਤੋਂ ਲਿਖ ਦਈਏ ਤੇ ਆਪਣੇ ਕੋਲ phi ਦਾ ਫਾਰਮੂਲਾ ਆ ਗਿਆ 2n minus 1 into pi। ਇਹਦਾ ਮਤਲਬ ਜਦੋਂ ਮੇਰੇ ਕੋਲ ਫੇਜ਼ ਡਿਫਰੈਂਸ 2n minus 1 into pi ਦੇ ਮਲਟੀਪਲ ਚ ਹੋਏਗਾ ਸਕਰੀਨ ਦੇ ਹਰ ਉਸ ਪੁਆਇੰਟ ਦੇ ਉੱਤੇ ਮੇਰੇ ਕੋਲ ਡਾਰਕ ਪੈਟਰਨ ਬਣਨਾ ਮਿਨੀਮਮ ਇੰਟੈਂਸਿਟੀ ਦਾ ਪੈਟਰਨ ਬਣਨਾ ਔਰ ਜਦੋਂ ਫੇਜ਼ ਡਿਫਰੈਂਸ n into 2 pi ਦੇ ਮਲਟੀਪਲ ਚ ਹੋਏਗਾ ਤੇ ਸਕਰੀਨ ਦੇ ਸਾਰੇ ਉਹਨਾਂ ਪੁਆਇੰਟਸ ਦੇ ਉੱਤੇ ਮੇਰੇ ਕੋਲ ਬ੍ਰਾਈਟ ਪੈਟਰਨ ਬਣੂ। Yes. Yes, sir. ਹੁਣ ਇਹੀ ਫਾਰਮੂਲੇ ਦੇ ਅੰਦਰ ਜੇ ਮੈਂ cos phi ਦੀ ਵੈਲਿਊ -1 ਭਰ ਦਵਾਂ ਤੇ ਆ ਜਿੱਥੇ √i1 plus √i2 ਦਾ ਹੋਲ ਸਕੁਅਰ ਆਇਆ ਇੱਥੇ ਪਲੱਸ ਦੀ ਥਾਂ ਤੇ ਮਾਈਨਸ ਆਜੂ। Yes, sir. ਦੇਅਰਫੋਰ ਜੇ ਆਪਾਂ ਮਿਨੀਮਮ ਇੰਟੈਂਸਿਟੀ ਦੀ ਵੈਲਿਊ ਲਿਖਣੀ ਹੋਵੇ ਤੇ ਮਿਨੀਮਮ ਇੰਟੈਂਸਿਟੀ ਸਾਡੇ ਕੋਲ ਜਿਹੜੀ ਆ ਉਹ √i1 minus √i2 ਦਾ ਹੋਲ ਸਕੁਅਰ ਬਣ ਜੂ। Yes. ਤੇ ਜੇ ਐਂਪਲੀਟਿਊਡ ਦੀ ਫਾਰਮ ਚ ਇਦਾਂ ਹੀ ਲਿਖਣਾ ਹੋਵੇ ਠੀਕ ਹੈ ਤੇ ਆਪਾਂ ਇਹਨੂੰ a minus b ਦਾ ਹੋਲ ਸਕੁਅਰ ਕਹਿ ਦਾਂਗੇ। Yes, sir. Yes, sir. Yes, sir. ਠੀਕ ਹੈ ਤੇ ਜਿੱਦਾਂ ਆ ਲਿਖਿਆ ਆਪਾਂ r max ਦੀ ਵੈਲਿਊ ਇਹਦੀ r min ਵੀ ਲਿਖ ਦੋ। ਇਹਦਾ ਮਤਲਬ r min ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ a minus b ਆ ਜੂ ਬੇਟਾ। Yes, sir. Yes. ਆਪਣੇ ਕੋਲ ਇੱਕ ਪਾਰਟ ਉਹਦਾ ਟੌਪਿਕ ਦਾ ਕੰਪਲੀਟ ਹੁੰਦਾ ਪਿਆ ਕਿਆ ਇੰਨਾ ਸਮੇਂ ਲੱਗਦਾ ਪਿਆ? Yes, sir. Yes, sir. ਹੁਣ ਆ ਜੋ ਕੱਢਿਆ ਆਪਾਂ ਇਹਦੇ ਵਿੱਚੋਂ ਗੱਲ ਹਜੇ ਕੰਟੀਨਿਊ ਕਰਾਂਗੇ। ਆ ਦੋ ਮੇਰੀਆਂ ਫੇਜ਼ ਡਿਫਰੈਂਸ ਦੀਆਂ ਵੈਲਿਊਜ਼ ਆ ਗਈਆਂ ਜਦੋਂ ਸਕਰੀਨ ਦੇ ਉੱਤੇ ਬ੍ਰਾਈਟ ਤੇ ਡਾਰਕ ਪੈਟਰਨ ਬਣਿਆ। ਇਹਦੇ ਬੇਸ ਦੇ ਉੱਤੇ ਜੋ ਅੱਗੇ ਕੱਢਣ ਲੱਗਿਆ ਉਹਨੂੰ ਨਾਮ ਦਵਾਂਗੇ ਪਾਥ ਡਿਫਰੈਂਸ। ਆਰਟੀਕਲ ਕੰਪਲੀਟ ਨਹੀਂ ਹਜੇ ਆਪਾਂ ਇਹ ਦੋ ਫੇਜ਼ ਡਿਫਰੈਂਸ ਦੀ ਹੈਲਪ ਨਾਲ ਦੋ ਪਾਥ ਡਿਫਰੈਂਸ ਦੀ ਵੈਲਿਊਜ਼ ਵੀ ਦੇਣੀਆਂ। ਉਹ ਰਿਲੇਟ ਕਿੱਦਾਂ ਕਰਨਾ ਉਹਨੂੰ ਇੱਕ ਵਾਰੀ ਸਮਝ ਲਿਓ। ਹਾਂਜੀ ਆਪਣੇ ਕੋਲ ਦੋ ਫੇਜ਼ ਡਿਫਰੈਂਸ ਦੇ ਵੈਲਿਊਜ਼ ਆਈਆਂ ਬੇਟੇ ਉਹਨਾਂ ਹੀ ਗੱਲ ਕਰਦਾ ਪਿਆ ਠੀਕ ਹੈ। ਪਰ ਕੰਸਟਰਕਟਿਵ ਇੰਟਰਫੇਰੈਂਸ ਫੇਜ਼ ਡਿਫਰੈਂਸ ਆਪਣੇ ਕੋਲ ਆ ਗਿਆ phi equal to n into 2 pi ਠੀਕ ਹੈ। ਤੇ ਜੇ ਡਿਸਟਰਕਟਿਵ ਇੰਟਰਫੇਰੈਂਸ ਹੋਊਗੀ ਤੇ ਆਪਣੇ ਕੋਲ ਫੇਜ਼ ਡਿਫਰੈਂਸ ਦੀ ਵੈਲਿਊ ਆ ਗਈ ਐਸ ਐਚ 2n minus 1 into pi। ਆ ਕਲੀਅਰ ਹੈ ਜੀ?
Yes, sir. Yes, sir. Yes, sir. ਹੁਣ ਇੱਥੇ ਪਾਥ ਡਿਫਰੈਂਸ ਲਈ ਕੋਈ ਫਾਰਮੂਲੇ ਲਿਖਣੇ, ਪਹਿਲਾਂ ਉਹ ਦੱਸਣ ਲੱਗਿਆ ਆਪਾਂ ਬਣਾਉਣਾ ਕਿੱਦਾਂ ਵਾ, ਉਹ ਗੱਲ ਸਮਝਿਓ। ਜਦੋਂ ਦੋ ਵੇਵਸ, ਠੀਕ ਹੈ, ਦੋ ਪਾਰਟੀਕਲ ਆਪਾਂ ਕਹਿੰਦੇ ਦੋ ਵੇਵ ਜਨਰੇਟ ਕਰਕੇ ਓਵਰਲੈਪ ਕਰਦੇ, ਮਤਲਬ ਆ ਚੀਜ਼ ਇਦਾਂ ਦੱਸਣ ਲੱਗਿਆ ਕਿ ਇੱਕ ਪਾਰਟੀਕਲ A ਪੁਆਇੰਟ ਤੇ ਹੋਵੇ, ਇੱਕ B ਤੇ ਹੋਵੇ। ਆਪਾਂ +1 ਚ ਵੀ ਪੜਿਆ ਸੀਗਾ, ਠੀਕ ਹੈ। ਜੇ ਇੱਕ ਪਾਰਟੀਕਲ ਇੱਥੋਂ ਆਪਣੀ ਵੇਵ ਜਿਹੜੀ ਆ ਉਹ ਜਨਰੇਟ ਕਰਦਾ ਪਿਆ ਔਰ ਦੂਜਾ ਪਾਰਟੀਕਲ ਇੱਥੋਂ ਆਪਣੀ ਵੇਵ ਜਨਰੇਟ ਕਰਦਾ ਪਿਆ, ਇਸ ਵੇਲੇ ਜਦੋਂ ਆਹ ਪਾਰਟੀਕਲ ਆਪਣੀ ਵੇਵ ਜਨਰੇਟ ਕਰਕੇ ਇੱਕ ਵੇਵ ਪੂਰੀ ਕਰ ਚੁੱਕਿਆ ਹੈ ਨਾ, ਔਰ ਇੱਥੇ ਵਾਲੀ ਵੇਵ ਪਾਰਟੀਕਲ ਜਿਹੜਾ ਉਹ ਡਿਸਟਰਬੈਂਸ B ਤੱਕ ਭੇਜ ਚੁੱਕਿਆ ਵਾ, ਅਗਲੀ ਡਿਸਟਰਬੈਂਸ ਜਦੋਂ ਇਹ ਤੋਂ ਉਹ ਐਸਐਚ ਜਨਰੇਟ ਕਰਦਾ ਪਿਆ ਔਰ ਇਹ ਡਿਸਟਰਬੈਂਸ ਇਸ ਡਿਸਟਰਬੈਂਸ ਦੇ ਨਾਲ ਜੇ ਓਵਰਲੈਪ ਕਰਦੀ ਹੋਵੇ ਤਾਂ ਅਸੀਂ ਇਹਨੂੰ ਇਦਾਂ ਦੱਸਦੇ ਕਿ ਵੀ ਇੱਕ ਕੰਪਲੀਟ ਵੇਵ ਬਣ ਚੁੱਕੀ ਹੈ। Yes, sir. Yes, sir. ਜਦੋਂ ਆ ਇੱਕ ਕੰਪਲੀਟ ਵੇਵ ਮੇਰੇ ਕੋਲ ਬਣ ਚੁੱਕੀ ਨਾ, ਤੇ ਮੈਂ A ਔਰ B ਪੁਆਇੰਟ ਦੇ ਵਿੱਚ ਤਿੰਨ ਤਰ੍ਹਾਂ ਦੇ ਡਿਫਰੈਂਸ ਦੱਸਾਂਗਾ। ਇੱਕ ਨੂੰ ਨਾਮ ਦਵਾਂਗੇ ਟਾਈਮ ਡਿਫਰੈਂਸ, ਇੱਕ ਨੂੰ ਨਾਮ ਦਵਾਂਗੇ ਪਾਥ ਡਿਫਰੈਂਸ, ਇੱਕ ਨੂੰ ਨਾਮ ਦਵਾਂਗੇ ਫੇਜ਼ ਡਿਫਰੈਂਸ। ਜੇ ਮੈਂ ਇਹ ਕਹਾਂ ਕਿ ਇੱਕ ਵੇਵ ਜਦੋਂ ਕੰਪਲੀਟ ਹੁੰਦੀ ਆ, ਇੱਕ ਵੇਵ ਜਦੋਂ ਕੰਪਲੀਟ ਹੁੰਦੀ, ਇੱਥੇ ਦੋ ਪਾਰਟੀਕਲ ਜਿਹੜੇ A ਔਰ B ਤੇ ਪਏ, ਇਹਨਾਂ 'ਚ ਫੇਜ਼ ਡਿਫਰੈਂਸ ਕਿੰਨਾ, ਤਾਂ ਅਸੀਂ ਕਹਿੰਦੇ ਜੀ 360 ਡਿਗਰੀ ਦਾ। ਪਤਾ ਮੈਂ ਕਿੱਦਾਂ ਬੋਲਿਆ? Yes, sir. Yes, sir. ਜਦੋਂ ਇੱਕ ਵੇਵ ਕੰਪਲੀਟ ਹੁੰਦੀ ਹੈ ਨਾ, ਅਸੀਂ ਕਹਿੰਦੇ ਜੀ ਜੇ ਇਸ ਪਾਰਟੀਕਲ ਤੇ ਇਸ ਪਾਰਟੀਕਲ ਦੇ ਵਿੱਚ ਮੈਂ ਪਾਥ ਦਾ ਡਿਫਰੈਂਸ ਦੇਖਣਾ ਹੋਵੇ, ਇਹਨਾਂ 'ਚ ਲੰਬਾਈ ਦਾ ਕਿੰਨਾ ਡਿਫਰੈਂਸ ਆ, ਲੈਂਥ ਦਾ ਕਿੰਨਾ ਡਿਫਰੈਂਸ ਆ, ਤਾਂ ਅਸੀਂ ਕਹਿੰਦੇ ਪੂਰੀ ਇੱਕ ਵੇਵ ਦੀ ਜਿੰਨੀ ਲੈਂਥ ਆ ਉਹਨਾਂ ਡਿਫਰੈਂਸ ਆ। ਇਹਦਾ ਮਤਲਬ A ਔਰ B ਦੇ ਅੰਦਰ ਜੇ ਮੈਂ ਲੈਂਥ ਵਾਈਜ਼ ਡਿਫਰੈਂਸ ਬੋਲਣਾ ਹੋਵੇ ਤੇ ਉਹ ਲੈਮਡਾ ਦੇ ਬਰਾਬਰ ਡਿਫਰੈਂਸ ਹੋਏਗਾ। ਜੇ ਮੈਂ ਇਹ ਕਹਾਂ ਕਹਿੰਦਾ ਜੀ ਟਾਈਮ ਦੀ ਫਾਰਮ 'ਚ ਕਿੰਨਾ ਡਿਫਰੈਂਸ ਆ, ਤੇ ਮੈਂ ਕਿਹਾ ਜੀ ਇੱਕ ਵੇਵ ਨੂੰ ਕੰਪਲੀਟ ਕਰਨ ਲਈ ਜਿੰਨਾ ਟਾਈਮ ਲੱਗਦਾ ਉਹਨਾਂ ਟਾਈਮ ਦਾ ਡਿਫਰੈਂਸ ਆ, ਤੇ ਟਾਈਮ ਟੇਕਨ ਟੂ ਕੰਪਲੀਟ ਵਨ ਵੇਵ ਇਜ਼ ਕਾਲਡ ਐਸ ਦਾ ਟਾਈਮ ਪੀਰੀਅਡ। ਇਹ ਮੈਂ ਟਾਈਮ ਦੀ ਫਾਰਮ 'ਚ ਜਿਹੜਾ ਡਿਫਰੈਂਸ ਆ ਉਹ T ਦੀ ਫਾਰਮ 'ਚ ਆ ਜਾਊ। Yes, sir. Yes, sir. ਇੱਕ ਵੇਵ ਜਦੋਂ ਕੰਪਲੀਟ ਕਰਦੇ ਆ, ਅਸੀਂ ਐਂਗਲ ਦਾ ਡਿਫਰੈਂਸ ਜਿਹੜਾ ਉਹ 360 ਡਿਗਰੀ ਜਾਂ ਜਿਹਦਾ ਦੂਜੀ ਵੈਲਿਊ ਅਸੀਂ 2 ਪਾਈ ਰੇਡੀਅਨ ਲਿਖ ਦਿੰਨੇ। ਇਹਦਾ ਮਤਲਬ A ਔਰ B ਦੇ ਵਿੱਚ ਜਿਹੜਾ ਫੇਜ਼ ਡਿਫਰੈਂਸ ਆ ਉਹ 2 ਪਾਈ ਆ, A ਔਰ B ਦੇ ਵਿੱਚ ਜਿਹੜਾ ਪਾਥ ਡਿਫਰੈਂਸ ਆ ਉਹ ਲੈਮਡਾ ਵਾ, A ਔਰ B ਦੇ ਵਿੱਚ ਜਿਹੜਾ ਟਾਈਮ ਡਿਫਰੈਂਸ ਆ ਉਹ T ਆ। ਕੀ ਇੰਨੀ ਗੱਲ ਕਲੀਅਰ? Yes, sir. Yes, sir. Yes, sir. ਹੁਣ ਮੰਨ ਲਓ ਮੈਂ ਇੱਥੇ ਕਿਤੇ ਪੁਆਇੰਟ C ਮਾਰਕ ਕਰ ਲਿਆ, ਤੇ ਹੁਣ ਮੈਂ ਕਹਾਂ ਜੀ ਇਹਨਾਂ ਦੋ ਪਾਰਟੀਕਲ ਦੇ ਵਿੱਚ ਜਿਹੜਾ A ਤੋਂ ਵੇਵ ਬਣਾਊਗਾ ਤੇ ਜਿਹੜਾ C ਤੋਂ ਬਣਾਊ, ਇਹਨਾਂ 'ਚ ਪਾਥ ਦਾ ਡਿਫਰੈਂਸ ਕਿੰਨਾ, ਅਸੀਂ ਇਹਦੇ ਵਿੱਚ ਪਾਥ ਦਾ ਡਿਫਰੈਂਸ x ਰੱਖ ਲਿਆ, ਟਾਈਮ ਦਾ ਡਿਫਰੈਂਸ t ਰੱਖ ਲਿਆ, ਤੇ ਐਂਗਲ ਯਾਨੀ ਫੇਜ਼ ਦਾ ਡਿਫਰੈਂਸ ਪਾਈ ਰੱਖ ਲਿਆ। ਤੇ ਜੇ ਮੈਂ ਇਹਨਾਂ ਵੇਰੀਏਬਲਸ ਨੂੰ ਇਹਨਾਂ ਨਾਲ ਲਿੰਕ ਕਰਨਾ ਤਾਂ ਅਸੀਂ ਯੂਨਿਟਰੀ ਮੈਥਡ ਲਗਾਵਾਂਗੇ। ਕੀ ਕਹਿ ਕੇ ਕਿ ਜੇ ਮੇਰੇ ਕੋਲ ਪਾਥ ਦਾ ਡਿਫਰੈਂਸ ਜਿਹੜਾ ਲੈਮਡਾ ਵਾ, ਜੇ ਮੇਰੇ ਕੋਲ ਪਾਥ ਦਾ ਡਿਫਰੈਂਸ ਲੈਮਡਾ ਵਾ ਤੇ ਟਾਈਮ ਦੀ ਫਾਰਮ 'ਚ ਡਿਫਰੈਂਸ t ਬਣਿਆ। Yes, sir. Yes, sir. ਮੇਰੇ ਕੋਲ ਪਾਥ ਦਾ ਡਿਫਰੈਂਸ x ਹੋਇਆ ਤੇ ਫੇਰ ਮੇਰੇ ਕੋਲ ਕਿੰਨਾ ਆ ਗਿਆ ਜੀ, ਕਹਿੰਦਾ ਜੀ ਉਹ ਆ ਜਾਏਗਾ t by lambda into x। ਆ ਮੇਰੇ ਕੋਲ ਐਸਐਚ ਸਮਾਲ t ਦੀ ਵੈਲਿਊ ਆ ਜਾਊ, Yes, Yes, sir. ਹੈ ਨਾ। ਇਹ ਪਾਥ ਡਿਫਰੈਂਸ ਨੂੰ ਤੇ ਟਾਈਮ ਡਿਫਰੈਂਸ ਨੂੰ ਆਪਸ ਵਿੱਚ ਰਿਲੇਟ ਕਰੂ। ਇਦਾਂ ਹੀ ਜੇ ਮੈਂ ਐਸਐਚ ਪਾਥ ਡਿਫਰੈਂਸ ਨੂੰ ਤੇ ਫੇਜ਼ ਡਿਫਰੈਂਸ ਨੂੰ ਲਿੰਕ ਕਰਨਾ, ਜਿਹੜਾ ਆਪਾਂ ਨੂੰ ਮੇਨ ਚਾਹੀਦਾ, ਆਪਾਂ ਉਦੋਂ ਆਹ ਵਰਡ ਕਹਿ ਦਾਂਗੇ ਜੇ ਪਾਥ ਡਿਫਰੈਂਸ ਲੈਮਡਾ ਵਾ ਤੇ ਫੇਜ਼ ਡਿਫਰੈਂਸ ਮੇਰੇ ਕੋਲ 2 ਪਾਈ ਆ। ਕਲੀਅਰ ਹੈ ਗੱਲ? yes, Yes, sir. ਮੇਰੇ ਕੋਲ ਐਸਐਚ ਪਾਥ ਡਿਫਰੈਂਸ x ਹੋਇਆ ਤੇ ਫੇਜ਼ ਡਿਫਰੈਂਸ ਦੀ ਵੈਲਿਊ 2 ਪਾਈ ਬਾਈ ਲੈਮਡਾ ਇਨਟੂ x ਆ ਜਾਊ। ਹਾਂਜੀ sir. ਇਹ ਸਾਰੇ ਦੀ ਸਾਰੀ ਵੈਲਿਊ ਫਾਈ ਦੀ ਆਏਗੀ। Yes, sir. ਹੁਣ ਆ ਜਾਓ ਉੱਪਰ। ਇਹਦੇ ਨਾਲ ਆ ਆਪਣਾ ਇੱਕ ਜਨਰਲ ਫਾਰਮੂਲਾ ਬਣ ਗਿਆ ਜਿਹੜਾ ਉਹਨੇ ਬੁੱਕ 'ਚ ਸਿੱਧਾ ਯੂਜ਼ ਕਰਨਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਆਪਾਂ ਬਣਾਇਆ ਕਿਦਾਂ ਵਾ। ਹੁਣ ਇਹਦੇ ਬੇਸ ਤੇ ਜੇ ਆਪਾਂ ਚੱਲੀਏ, ਜਦੋਂ ਆਪਣੇ ਕੋਲ ਐਸਐਚ ਬ੍ਰਾਈਟ ਆਪਣੇ ਕਹਿੰਦੇ ਜੀ ਕੰਸਟਰਕਟਿਵ ਇੰਟਰਫੇਰੈਂਸ ਯਾਨੀ ਬ੍ਰਾਈਟ ਪੈਟਰਨ ਬਣਦਾ, ਉਦੋਂ ਫੇਜ਼ ਡਿਫਰੈਂਸ ਇੰਨਾ ਹੁੰਦਾ ਤੇ ਜਨਰਲ ਫੇਜ਼ ਡਿਫਰੈਂਸ ਦਾ ਆ ਫਾਰਮੂਲਾ। ਇਹਦਾ ਮਤਲਬ ਜੇ ਮੈਂ ਪਾਥ ਡਿਫਰੈਂਸ ਦਾ ਫਾਰਮੂਲਾ x ਵਾਸਤੇ ਬਣਾਣਾ ਹੈ ਨਾ, ਇਥੋਂ ਆਪਾਂ x ਦਾ ਵੀ ਲਿਖ ਦਈਏ ਫਾਰਮੂਲਾ, also x equal to lambda by 2 pi into phi, lambda by 2 pi into phi। ਆ ਪਾਥ ਡਿਫਰੈਂਸ ਲਈ ਫਾਰਮੂਲਾ ਬਣ ਜਾਊ। yes, sir. Yes, sir. ਇਸ ਫਾਰਮੂਲੇ ਨੂੰ ਯੂਜ਼ ਕਰਨ ਲੱਗੇ, ਠੀਕ ਹੈ। ਇਸ ਫਾਰਮੂਲੇ ਨੂੰ ਜੇ ਇੱਥੇ ਆਪਾਂ ਯੂਜ਼ ਕਰੀਏ ਤੇ we know that ਆਪਣੇ ਕੋਲ x ਦਾ ਫਾਰਮੂਲਾ ਆ ਗਿਆ lambda by 2 pi into phi। ਇਹ ਜਨਰਲ ਫਾਰਮੂਲਾ ਹੋ ਗਿਆ।
ਆਪਾਂ ਇਹਨੂੰ ਅਪਲਾਈ ਕਰਨਾ ਕੰਸਟਰਕਟਿਵ ਵਾਸਤੇ। ਇਹਦਾ ਮਤਲਬ ਇੱਥੇ ਜੇ ਮੈਂ ਵੈਲਿਊ ਪੁੱਟ ਅਪ ਕਰ ਲਵਾਂ λ/2 ਪਾਈ ਹਟਾ ਦਿੰਦੇ ਆ ਜੀ λ/2 ਪਾਈ ਇਨਟੂ 5 ਦੀ ਥਾਂ ਤੇ n ਇਨਟੂ 2 ਪਾਈ ਤੇ 2 ਪਾਈ ਕੈਨਸਲ ਕਰ ਲਓ x ਦੀ ਵੈਲਿਊ ਆ ਗਈ n ਲੈਮਡਾ। ਇਹਦਾ ਮਤਲਬ ਜਦੋਂ ਮੇਰੇ ਕੋਲ ਦੋ ਲਾਈਟ ਸੋਰਸਸ ਤੋਂ ਹਨਾ S1 ਤੇ S2 ਤੋਂ ਵੇਵ ਟਰੈਵਲ ਕਰਕੇ ਸਕਰੀਨ ਤੇ ਕਿਤੇ ਪਹੁੰਚਦੀਆਂ ਆ ਮੇਰੇ ਦੋ ਸੋਰਸ S1 S2 ਹੋ ਗਏ ਆ ਮੇਰੀ ਸਕਰੀਨ ਆ ਤੇ ਜਦੋਂ ਵੇਵ ਮੇਰੇ ਕੋਲ SH ਆ S2 ਤੋਂ ਟਰੈਵਲ ਕਰਕੇ ਤੇ S1 ਤੋਂ ਟਰੈਵਲ ਕਰਕੇ A ਪੁਆਇੰਟ ਤੇ ਪਹੁੰਚਣਗੀਆਂ ਕਿਆ ਦੋਨਾਂ ਸੋਰਸਸ ਤੋਂ ਲਾਈਟ ਨੇ ਇਕੁਅਲ ਡਿਸਟੈਂਸ ਕਵਰ ਕਰਨਾ? No, sir. No, ਕਿਨਾ sir. ਇਸ ਤੋਂ ਵੇਵ ਨੇ ਪਾਥ ਲੈਂਥ ਜ਼ਿਆਦਾ ਕਵਰ ਕਰਨੀ ਆ ਵੇਵ ਨੇ ਪਾਥ ਲੈਂਥ ਘੱਟ ਕਵਰ ਕਰਨੀ। ਇਹਦਾ ਮਤਲਬ ਇਹਨਾਂ ਚ ਪਾਥ ਦਾ ਡਿਫਰੈਂਸ ਆਜੂ। Yes, sir. Yes. ਇਹ ਇਹਨਾਂ ਦੋਨਾਂ ਵੇਵਸ ਦੇ ਵਿਚਲਾ ਪਾਥ ਦਾ ਡਿਫਰੈਂਸ ਜਿਹੜਾ ਵਾ ਉਹ 1 ਲੈਮਡਾ ਦੇ ਬਰਾਬਰ ਹੋਵੇ 2 ਲੈਮਡਾ ਦੇ ਬਰਾਬਰ ਹੋਵੇ n ਲੈਮਡਾ ਦੇ ਬਰਾਬਰ ਹੋਵੇ ਤੇ ਸਕਰੀਨ ਦੇ ਸਾਰੇ ਉਹ ਪੁਆਇੰਟ ਜਿੱਥੇ ਜਦੋਂ ਵੇਵਸ ਪਹੁੰਚਣੀਆਂ ਵਾ ਤੇ ਜੇ ਉਹਨਾਂ ਵਿਚਲਾ ਪਾਥ ਡਿਫਰੈਂਸ ਜਿਹੜਾ ਵਾ ਉਹ 1 ਲੈਮਡਾ 2 ਲੈਮਡਾ ਇਸੇ ਫਾਰਮ ਚ ਮੇਰੇ ਕੋਲ ਆਂਦਾ ਜਾਏਗਾ ਤਾਂ ਸਕਰੀਨ ਦੇ ਇਹਨਾਂ ਸਾਰੇ ਪੁਆਇੰਟਸ ਦੇ ਉੱਤੇ ਮੇਰੇ ਕੋਲ ਬ੍ਰਾਈਟ ਫ੍ਰਿੰਜ ਬਣਦੀ ਜਾਏਗੀ। ਇੰਨੀ ਗੱਲ ਸਮਝ ਲੱਗੀ? Yes, sir. Yes. ਆ ਸਮਝ ਆ ਰਿਹਾ? Yes, sir. ਚਲ ਹੁਣ ਇਸੇ ਵੇ ਨਾ ਜੇ ਆਪਾਂ ਡਿਸਟਰਕਟਿਵ ਦੀ ਕੰਡੀਸ਼ਨ ਦੇ ਦਈਏ ਠੀਕ ਹੈ ਜਦੋਂ ਸਕਰੀਨ ਦੇ ਉੱਤੇ ਆਪਣੇ ਕੋਲ ਵੇਵ ਜਾਣੀ ਆ ਜੇ ਡਿਸਟਰਕਟਿਵ ਇੰਟਰਫੇਰੈਂਸ ਹੋਏਗੀ ਤੇ ਉਦੋਂ ਮੇਰੇ ਕੋਲ x ਦੇ ਫਾਰਮੂਲੇ ਚ λ/2 ਪਾਈ ਔਰ phi ਦੀ ਥਾਂ ਤੇ 2n - 1 into pi ਆ ਜੋ। Yes, sir. Yes, sir. ਕਲੀਅਰ ਹੈ ਨੀ ਗੱਲ? Yes, sir. Yes, sir. ਹੁਣ ਇਹਦੇ ਵਿੱਚੋਂ ਪਾਈ ਕੈਨਸਲ ਕਰ ਲਓ ਇਹਦਾ ਮਤਲਬ ਆਪਣੇ ਕੋਲ x ਦਾ ਫਾਰਮੂਲਾ ਬਣ ਗਿਆ 2n - 1 into λ/2 ਠੀਕ ਹੈ। ਤੇ ਜੇ ਥੋੜਾ ਜਿਹਾ ਧਿਆਨ ਲਗਾਵੋ ਜੇ n ਦੀ ਵੈਲਿਊ ਮੈਂ 1 ਭਰਾਂ ਤੇ 2 into 1 2 - 1 into λ/2 ਆਇਆ। Yes, sir. Yes, sir. ਆਪਾਂ ਹੁਣੀ ਪੜਿਆ ਜਦੋਂ ਸਕਰੀਨ ਦੇ ਵਿੱਚ ਪਾਥ ਡਿਫਰੈਂਸ 1 ਲੈਮਡਾ ਵਾ ਫਿਰ 2 ਲੈਮਡਾ ਵਾ ਫਿਰ 3 ਲੈਮਡਾ ਵਾ ਸਕਰੀਨ ਦੇ ਆ ਸਾਰੇ ਪੁਆਇੰਟਸ ਜਿੱਥੇ ਜਿੱਥੇ ਵੀ ਆਣਗੇ ਇਹਨਾਂ ਤੇ ਕਿਹੜੀਆਂ ਵੇਵਸ ਬਣੀਆਂ ਕਿਹੜਾ ਪੈਟਰਨ ਬਣਿਆ? dark ਸਾਰਾ one ਸੋਚਾ 1 ਲੈਮਡਾ 2 ਲੈਮਡਾ 3 ਲੈਮਡਾ 4 ਲੈਮਡਾ n ਲੈਮਡਾ ਇਹ ਸਾਰੇ ਕਿਹੜੇ ਪੁਆਇੰਟ ਆ ਸਕਰੀਨ ਦੇ? Bright. So bright. ਬ੍ਰਾਈਟ ਬਣਿਆ ਜਿੱਤੇ ਤੇ ਜੇ ਇੱਥੇ λ/2 ਬਚਿਆ ਠੀਕ ਹੈ ਅਗਲਾ ਮੈਂ 2 ਇੱਥੇ ਭਰ ਲਵਾਂ ਤੇ 2 2 ਦਾ 4 - 1 3/2 ਲੈਮਡਾ 3/2 ਲੈਮਡਾ ਮਤਲਬ 1.5 ਲੈਮਡਾ ਇਹਦਾ ਮਤਲਬ 3 λ/2 ਜਿਹੜਾ ਹੋਏਗਾ 3/2 ਲੈਮਡਾ ਉਹ ਇਹਨਾਂ ਦੋਨਾਂ ਦੇ ਵਿੱਚ ਆ ਜਾਊ। Yes, sir. Yes, sir. ਅਗਲਾ ਜਦੋਂ ਪੁਆਇੰਟ ਲਵਾਂਗਾ 5 λ/2 ਉਹ ਇਹਨਾਂ ਦੋ ਪੁਆਇੰਟਸ ਦੇ ਵਿੱਚ ਆ ਜਾਊ। ਇਹਦਾ ਮਤਲਬ ਇਹ ਹੋ ਗਿਆ ਇੱਥੇ ਬ੍ਰਾਈਟ ਪੈਟਰਨ ਆ ਇੱਥੇ ਬ੍ਰਾਈਟ ਪੈਟਰਨ ਆ ਤੇ ਇਹਨਾਂ ਦੋ ਬ੍ਰਾਈਟ ਪੈਟਰਨ ਦੇ ਵਿੱਚ ਗੱਬੇ ਕੀ ਆ? Dark. Dark pattern. Dark pattern. Dark. ਪੈਟਰਨ ਆ ਫਿਰ ਮੇਰੇ ਕੋਲ ਡਾਰਕ ਪੈਟਰਨ ਆ ਇੱਥੇ ਫੇਰ ਡਾਰਕ ਆ ਤੇ ਦੋ ਡਾਰਕ ਦੇ ਇਨ ਬਿਟਵੀਨ ਮੇਰੇ ਕੋਲ ਕਿਹੜਾ ਵਾ? Bright. 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 ਇਹਦਾ ਮਤਲਬ ਇਹ ਹੋਇਆ ਸਕਰੀਨ ਦੇ ਉੱਤੇ ਜਦੋਂ ਪੈਟਰਨ ਬਣਨੇ ਆ ਫ੍ਰਿੰਜਸ ਬਣਨੀਆਂ ਠੀਕ ਹੈ ਦੋ ਇਕੱਠੀਆਂ ਬ੍ਰਾਈਟ ਤੇ ਦੋ ਇਕੱਠੀਆਂ ਡਾਰਕ ਕਿਤੇ ਨਹੀਂ ਆਣੀਆਂ। ਅਲਟਰਨੇਟਿਵਲੀ ਸਕਰੀਨ ਦੇ ਉੱਤੇ ਮੇਰੇ ਕੋਲ ਕੁਝ ਉਸ ਵੇ ਨਾ ਬ੍ਰਾਈਟ ਤੇ ਡਾਰਕ ਜਿਹੜੇ ਪੈਟਰਨ ਆ ਉਹ ਜਨਰੇਟ ਹੋਊਗੇ। Yes, sir. Yes, sir. ਸੋ ਆ ਮੇਰੇ ਕੋਲ ਦੋ ਫਾਰਮੂਲੇ ਬਣ ਜਣੇ ਨੂਮੈਰੀਕਲ ਵਾਸਤੇ ਠੀਕ ਹੈ ਜੀ ਜਿਹਦੇ ਅਕੋਰਡਿੰਗਲੀ ਅਸੀਂ ਪਾਥ ਡਿਫਰੈਂਸ ਦੀ ਵੈਲਿਊ ਦੇ ਬਿਹਾਫ ਤੇ ਦੱਸਾਂਗੇ ਕਿ ਸਕਰੀਨ ਦੇ ਇਸ ਪੁਆਇੰਟ ਦੇ ਉੱਤੇ ਜਦੋਂ ਵੇਵਸ ਪਹੁੰਚਦੀਆਂ ਉੱਤੇ ਬ੍ਰਾਈਟ ਪੈਟਰਨ ਬਣਾਉਣਗੀਆਂ ਕਿ ਡਾਰਕ ਬਣਾਉਣਗੀਆਂ। ਕਿਆ ਇੰਨਾ ਸਾਰਾ ਕਲੀਅਰ ਹੈ ਜੋ ਕਰਦੇ ਪਏ ਆਪਾਂ? Yes, sir. Yes.